ਜਿਹੜਾ ਇਸ ਜਦੋਂ ਪੈਸਾ ਇਕੱਠਾ ਹੁੰਦਾ ਨਾ ਉਹ ਉਦੋਂ ਹੀ ਪਬਲਿਕ ਦਾ ਹੁੰਦਾ। ਜਦੋਂ ਇਕੱਠਾ ਹੋ ਕੇ ਖਜ਼ਾਨੇ 'ਚ ਚਲੇ ਜਾਂਦਾ ਉਹ ਸਮਝਦੇ ਕਿ ਸਾਡੇ ਪਿਓ ਦਾ ਪੈਸਾ ਬਣ ਗਿਆ। 72 ਪੈਸੇ ਪੈਟਰੋਲ ਲੀਟਰ ਸੀ, ਪਰ ਲੀਟਰ 72 ਪੈਸੇ ਸੀ। ਅੱਜ ਦੀ ਡੇਟ 'ਚ 96 ਰੁਪਏ ਆ। ਤੁਸੀਂ ਫਿਰ ਵੀ 100 ਕਰੋੜ ਵੇਸਟ ਕਰਤਾ ਯਾਰ। 72 ਪੈਸੇ ਪੈਟਰੋਲ ਲੀਟਰ ਸੀ, ਪਰ ਲੀਟਰ 72 ਪੈਸੇ ਸੀ। ਅੱਜ ਦੀ ਡੇਟ 'ਚ 96 ਰੁਪਏ ਆ। ਤੁਸੀਂ ਫਿਰ ਵੀ 100 ਕਰੋੜ ਵੇਸਟ ਕਰਤਾ ਯਾਰ। ਦੇਖੋ ਸਪੋਰਟ ਕੋਈ ਨਹੀਂ ਮਿਲਦੀ। ਅੱਜ ਫਲੈਕਸ ਲਗਾਏ ਸੀ, ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗ ਗਿਆ ਜੀ ਲੱਥ ਗਏ ਨੇ। ਉਹੀ ਜਿਹੜੇ ਅੰਧ ਭਗਤ ਇਹਨਾਂ ਦੇ ਜਿਹੜੇ ਨੇਤਾ ਜਿਹੜੇ ਇੱਥੋਂ ਦੇ ਅੰਧ ਭਗਤ ਹੈਗੇ ਆ ਉਹੀ ਜਾ ਕੇ ਮੇਰੇ ਹੋਲਡਿੰਗ ਲਾਉਂਦੇ ਪਏ ਆ। ਅਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਬੱਚਿਆਂ ਨੂੰ ਕਿੰਨੀਆਂ ਕੁ ਨੌਕਰੀਆਂ ਮਿਲ ਗਈਆਂ ਨੇ। ਉਹੀ ਜਿਹੜੇ ਅੰਧ ਭਗਤ ਇਹਨਾਂ ਦੇ ਜਿਹੜੇ ਨੇਤਾ ਜਿਹੜੇ ਇੱਥੋਂ ਦੇ ਅੰਧ ਭਗਤ ਹੈਗੇ ਆ ਉਹੀ ਜਾ ਕੇ ਮੇਰੇ ਹੋਲਡਿੰਗ ਲਾਉਂਦੇ ਪਏ ਆ। ਅਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਬੱਚਿਆਂ ਨੂੰ ਕਿੰਨੀਆਂ ਕੁ ਨੌਕਰੀਆਂ ਮਿਲ ਗਈਆਂ। ਕਾਂਗਰਸ ਦੇ ਲੀਡਰ ਹੁਣ ਕੀ ਕਰ ਗਈ, ਪਾਰਟੀਆਂ ਦੀ ਲੜਾਈ ਬਣ ਗਈ ਆ। ਉਹ ਬੀਜੇਪੀ ਵਾਲੇ ਕਹਿੰਦੇ ਨੇ ਜੇ ਉੱਤੇ ਫੰਡ ਅਪਰੂਵ ਕਰਕੇ ਮਾਨ ਨੂੰ ਦੇਤਾ ਤੇ ਮਾਨ ਆਪਣੀ ਸਰਕਾਰ ਵੱਲੋਂ ਕੰਮ ਕਰਾ ਦੇਗਾ ਯਾਰ। ਇਹ ਚੀਜ਼ਾਂ ਹੁਣ ਉੱਥੇ ਬੀਜੇਪੀ ਦੀ ਹੋਂਦ ਖਤਮ ਹੋ ਜਾਏਗੀ ਜੇ ਕੰਮ ਕਰਾਏਗਾ। ਮੋਦੀ ਸਾਹਿਬ ਚਿਤੇ ਤਾਂ ਦੇਖ ਲਏ, ਹੁਣ ਚੰਗੇ ਦਿਨ ਕਦੋਂ ਦਿਖਾਓਗੇ। ਮਣੀ ਗਿੱਲ ਜੀ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਬੋਰਡ ਲਗਾਏ ਗਏ ਨੇ ਤੇ ਸਾਡੇ ਨਾਲ ਇਸ ਟਾਈਮ ਮਣੀ ਗਿੱਲ ਜੀ ਮੌਜੂਦ ਹੈ। ਉਹਨਾਂ ਨਾਲ ਵੀ ਅਸੀਂ ਇਸ ਮਸਲੇ ਦੀ ਗੱਲਬਾਤ ਕਰਾਂਗੇ ਕਿ ਜਿਹੜੇ ਇਹਨਾਂ ਵੱਲੋਂ ਅੱਜ ਹੋਰਡਿੰਗ ਬੋਰਡ ਲਗਾਏ ਗਏ ਨੇ ਕੀ ਮਕਸਦ ਹੈ, ਕੀ ਕਹਿਣਾ ਇਹਨਾਂ ਦਾ ਇਸ ਮਸਲੇ ਦੇ ਵਿੱਚ ਲੈ ਕੇ। ਮਣੀ ਗਿੱਲ ਜੀ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲਾਈਵ ਭਾਰਤ 'ਚ ਜੀ। ਬਹੁਤ ਬਹੁਤ ਧੰਨਵਾਦ। ਜੈ ਭੀਮ ਤੇ ਜੈ ਸੰਵਿਧਾਨ ਵੀਰ ਜੀ। ਮਣੀ ਜੀ ਕੀ ਅੱਜ ਤੁਹਾਡੇ ਵੱਲੋਂ ਜਿਹੜੇ ਸ਼ਹਿਰ ਦੇ ਵਿੱਚ ਇੱਕ ਬੋਰਡ ਲਗਾਏ ਗਏ ਹੈ ਕਿ ਮੋਦੀ ਜੀ ਚੰਗੇ ਚਿਤੇ ਤਾਂ ਦੇਖ ਲਿਆ ਪਰ ਚੰਗੇ ਦਿਨ ਕਦੋਂ ਦਿਖਾਓਗੇ ਤੇ ਨਾਲ ਉਹਨਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਤੇ ਸਰ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ ਅੱਜ ਦੀ ਡੇਟ 'ਚ ਮੋਦੀ ਸਾਹਿਬ ਨੇ ਚੀਤੇ ਤਾਂ ਖਰੀਦੇ ਆ। ਚੀਤੇ 1952 ਦੇ ਭਾਰਤ ਸਰਕਾਰ ਨੇ ਲੁਪਤ ਘੋਸ਼ਿਤ ਕੀਤੇ ਸੀ। ਲੇਕਿਨ ਜਿਹੜੀ ਅੱਜ ਬੇਰੁਜ਼ਗਾਰੀ ਜਿਹੜੀ ਇੰਨੀ ਵੱਧ ਗਈ ਆ, ਇੰਪਲੋਇਮੈਂਟ ਜਿਹੜੀ ਆ ਲੁਪਤ ਹੋ ਰਹੀ ਆ, ਉਰ 'ਤੇ ਮੋਦੀ ਸਾਹਿਬ ਕੀ ਸੋਚ ਰਹੇ ਆ। ਵੋਟਿੰਗ ਤੇ ਉਰ 'ਤੇ ਲਈ ਗਈ ਸੀ, ਵੋਟਿੰਗ ਗਾਵਾਂ ਦੇ ਨਾਮ 'ਤੇ ਮੰਗੀ ਗਈ ਸੀ, ਵੋਟਿੰਗ ਇੰਡੀਆ ਦੇ ਵੱਡੇ ਵੱਡੇ GDP ਨੂੰ ਲੈ ਕੇ ਵੋਟਿੰਗ ਮੰਗੀ ਗਈ ਸੀ। ਲੇਕਿਨ ਲੋਕਾਂ ਨੇ ਵੋਟ ਪਾ ਕੇ ਜਿਤਾ ਕੇ ਚੀਤੇ ਥੋੜ੍ਹੀ ਮੰਗਵਾਏ ਯਾਰ। ਤੁਸੀਂ ਚੀਤੇ ਖਰੀਦ ਰਹੇ ਹੋ, ਬਾਕੀ ਲੋਕਾਂ ਦਾ ਕੀ? ਲੋਕਾਂ ਦੇ ਤੁਸੀਂ 100 ਕਰੋੜ ਰੁਪਈਆ ਤੁਹਾਡੇ ਪਿਓ ਦਾ ਪੈਸਾ ਥੋੜ੍ਹੀ ਆ ਕਿ ਜਿਹੜਾ ਤੁਸੀਂ 100 ਕਰੋੜ ਰੁਪਈਆ ਲਾ ਕੇ ਚੀਤੇ ਖਰੀਦ ਲਿਓ। ਬਾਕੀ ਜਿਹੜੇ ਮਸਲੇ ਜਿਹੜੇ ਹੱਲ ਹੋ ਚੁੱਕੇ ਆ ਇਹ ਤਾਂ ਐਕਸਟਰਾ ਕੰਮ ਆ, ਤੁਸੀਂ ਬਾਅਦ 'ਚੋਂ ਕਰ ਸਕਦੇ ਹੋ। ਲੇਕਿਨ ਹੁਣ ਜਨਤਾ ਲਈ ਕੀ ਸੋਚ ਰਹੇ ਹੋ? ਜਿਹੜੇ ਵੋਟ ਪਾ ਰਹੇ ਹੋ ਉਹਨਾਂ ਲਈ ਕੀ ਸੋਚ ਰਹੇ ਹੋ? ਉਹਨਾਂ ਲਈ ਸੋਚ ਜਿਹੜੀ ਆ ਪਹਿਲਾਂ ਡਿਪੈਂਡ ਕਰਨੀ ਚਾਹੀਦੀ ਸਰਕਾਰ ਨੂੰ। ਕੀ ਲੱਗਦਾ ਤੁਹਾਨੂੰ ਕਿ 100 ਕਰੋੜ ਰੁਪਇਆ ਚਿਤਿਆਂ ਦੇ ਲਗਾਇਆ ਜਾਂਦਾ ਹੈ ਕਿ ਆਪਣੇ ਜਨਮ ਦਿਨ ਦੇ ਉੱਤੇ 100 ਕਰੋੜ ਰੁਪਇਆ ਇੱਕ ਚਿਤਿਆਂ ਦੇ ਲਾ ਕੇ ਤੇ ਉਹ ਇੰਡੀਆ ਦੇ ਵਿੱਚ ਛੱਡ ਦਿੱਤੇ ਜਾਂਦੇ ਜੰਗਲ ਦੇ ਵਿੱਚ, ਜਿਨ੍ਹਾਂ ਦਾ ਕੋਈ ਮਕਸਦ ਹੀ ਨਹੀਂ ਹੈ। ਕੀ ਵੇਖਣਗੇ ਉਹਦੇ ਵਿੱਚ? ਕੀ ਸਾਲ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਇੱਕ ਵਾਰੀ ਬੰਦਾ ਵੇਖ ਲੂਗਾ ਕਿ ਜੇਕਰ ਸਾਲ ਦੀ ਗੱਲ ਕਰੀਏ ਸਾਲ ਦੇ ਵਿੱਚ ਕਿੰਨੀ ਕੁ ਵਾਰ ਬੰਦਾ ਚਿਤੇ ਵੇਖ ਸਕਦਾ ਹੈ? ਦੇਖੋ ਜੀ ਸਾਲ ਦੇ ਵਿੱਚ ਮੇਰੇ ਖਿਆਲ ਨਾਲ ਕੁਝ ਪਰਿਵਾਰ ਇਹੋ ਜਿਹੇ ਵੀ ਹੋਣਗੇ ਜਿਹੜੇ ਇੱਕ ਵਾਰੀ ਵੀ ਨਹੀਂ ਵੇਖਣਗੇ, ਕਿਉਂਕਿ ਫਾਈਨੈਂਸ਼ੀਅਲੀ ਕੰਡੀਸ਼ਨ ਲੋਕਾਂ ਦੀ ਨਹੀਂ ਨਾ ਹੈਗੀ। ਕੋਈ ਲੋਕੀ ਮੁੱਖ ਮੰਤਰੀ ਨਹੀਂ ਹੈਗੇ ਸ਼ਾਇਦ ਪੰਜਾਬ ਦੇ, ਜਾਂ ਲੋਕੀ ਪ੍ਰਧਾਨ ਮੰਤਰੀ ਨਹੀਂ ਹੈਗੇ ਜਿਨ੍ਹਾਂ ਨੇ ਜਹਾਜ਼ ਚੋੜ ਕੇ ਚੀਤਾ ਦੇਖ ਲੈਣਾ। ਇੱਥੇ ਲੋਕ ਇੱਥੇ ਕਿਤੇ ਸਰਕਾਰੀ ਡਿਪੂ 'ਚ ਕਣਕ ਆਵੇ ਨਾ ਤੇ ਜੇ 10 ਵਜੇ ਕਣਕ ਵੰਡਣੀ ਹੁੰਦੀ ਤੇ 6 ਵਜੇ ਲੋਕੀ ਸੜਕਾਂ 'ਤੇ ਬੈਠ ਜਾਂਦੇ ਆ। ਭੀੜਾਂ ਦੇਖਿਓ ਜਾ ਕੇ ਕਣਕਾਂ ਦੀਆਂ ਕਿੱਦਾਂ ਲੱਗੀਆਂ ਤੇ ਤੁਸੀਂ ਚੀਤੇ ਵਿਖਾ ਰਹੇ ਹੋ ਲੋਕਾਂ ਨੂੰ। ਤੁਸੀਂ ਲੋਕਾਂ ਦਾ ਪੈਸਾ ਜਿਹੜਾ ਵੇਸਟ ਕਰ ਰਹੇ ਜੇ। ਉਸ ਵੇਸਟੇਜ ਦੇ ਉੱਤੇ ਜਿਹੜੇ ਕੁਐਸਚਨ ਪੁੱਛੇ ਗਏ ਕਿ ਹੁਣ ਚੰਗੇ ਦਿਨ ਕਦੋਂ ਆਉਣਗੇ ਤੇ ਨਹੀਂ ਕਿੰਨੇ ਕੁ ਜ਼ਰੂਰੀ ਸੀ ਚਿਤੇ ਇੱਥੇ ਲਿਆਉਣੇ ਕਿ ਜੇਕਰ ਵੇਖਿਆ ਜਾਵੇ ਕਿ ਆਪਾਂ ਨੂੰ ਕਿੰਨੀ ਕੁ ਕਿਤੇ ਉਹਨਾਂ ਦੀ ਜ਼ਰੂਰਤ ਸੀ ਕਿ ਜਿਹੜਾ ਆਪਾਂ 100 ਕਰੋੜ ਰੁਪਇਆ ਲਾ ਕੇ ਚਿਤੇ ਲੈ ਕੇ ਆ ਰਹੇ ਕਿ ਉਹੀ 100 ਕਰੋੜ ਰੁਪਇਆ ਜੇਕਰ ਆਪਾਂ ਜਨਤਾ ਦੇ ਉੱਤੇ ਲਗਾਇਆ ਜਾਂਦਾ ਤੇ ਸ਼ਾਇਦ ਜਨਤਾ ਇਹਨਾਂ ਨੂੰ ਸਪੋਰਟ ਕਰਦੀ, ਆਉਣ ਵਾਲੇ ਹੋਰ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਪੂਰਾ ਸਾਥ ਵੀ ਦਿੰਦੀ। ਦੇਖੋ ਜੀ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਆਰਟੀਕਲ 19 ਰਾਈਟ ਟੂ ਸਪੀਚ ਦਾ ਅਧਿਕਾਰ, ਤੁਸੀਂ ਬੋਲ ਸਕਦੇ ਹੋ ਫਰੀडमਲੀ, ਤੁਸੀਂ ਦਰਸਾ ਸਕਦੇ ਹੋ ਤੁਹਾਡੇ ਅੰਦਰ ਮਨ 'ਚ ਦਰਦ ਕੀ ਆ, ਉਹੀ ਦਰਸਾਇਆ ਗਿਆ। ਲੇਕਿਨ ਜਦੋਂ ਸਰਕਾਰ 'ਚ ਕੋਈ ਪ੍ਰਧਾਨ ਮੰਤਰੀ ਬਣ ਜਾਂਦਾ ਉਹ ਸਮਝਦਾ ਮੈਂ ਤਾਂ ਫੰਨੇ ਖਾਂ ਬਣ ਗਿਆ। ਫੰਨੇ ਖਾਂ ਬਣਨ ਤੋਂ ਬਾਅਦ ਉਹ ਕੀ ਕਰਦਾ ਕਿ ਲੋਕਾਂ ਨੂੰ ਡਰਾਉਂਦਾ। ਜਦੋਂ ਹੁਣ ਉਹਦਾ ਡਰ ਮੁੱਕ ਗਿਆ, ਆਰਟੀਕਲ 19 ਭਾਰੀ ਪੈ ਗਿਆ ਮੋਦੀ ਸਾਹਿਬ ਦੇ ਉੱਤੇ ਤੇ ਉਹਨਾਂ ਨੇ ਚੀਤੇ ਖਰੀਦੇ ਕਿ ਜਿਹੜਾ ਹੁਣ ਨੌਕਰੀ ਮੰਗੇਗਾ ਉਹਨੂੰ ਚੀਤੇ ਕੋ ਖਵਾ ਦਿੱਤਾ ਜਾਏਗਾ, ਜਿਹੜਾ ਗੱਲ ਆਪਣੀ ਸੁਰੱਖਿਆ ਦੀ ਕਰੇਗਾ ਉਹਨੂੰ ਚੀਤੇ ਦੇ ਅੱਗੇ ਭੇਟ ਕਰ ਦਿੱਤਾ ਜਾਏਗਾ। ਮੇਰੇ ਖਿਆਲ ਨਾਲ ਬੀਜੇਪੀ ਦਾ ਜਿਹੜਾ ਟੀਚਾ ਇਹੀ ਹੈਗਾ ਚੀਤੇ ਖਰੀਦਣ ਦੇ ਪਿੱਛੇ। ਨਹੀਂ ਲੱਗਦਾ ਕਿ ਇੱਕ ਬੰਨਿਓ ਤਾਂ ਪਿੱਛੇ ਹੀ ਗੱਲ ਵੀ ਹੋਈ ਸੀ ਕਿ ਜਿਹੜੇ ਚੀਤੇ ਆ ਬੈਨ ਹੈਗੇ ਆ ਇੱਥੇ ਇੰਡੀਆ ਦੇ ਵਿੱਚ, ਤੇ ਫਿਰ ਇਹਨਾਂ ਨੂੰ ਵੱਲੋਂ ਉਹ ਚੀਜ਼ਾਂ ਨੂੰ ਇਹਨਾਂ ਵਾਸਤੇ ਬੈਨ ਨਹੀਂ ਹੈ ਕਿ ਕਿਉਂ ਆਪਾਂ ਚੀਤੇ ਖਰੀਦ ਕੇ ਇੱਥੇ ਲੈ ਕੇ ਆ ਰਹੇ ਹਾਂ। ਦੇਖੋ ਜੀ ਜਿੰਨਾ ਇਕਨੋਮਿਕਲ ਵੀਕਰ ਲੋਕ ਹੁੰਦੇ ਨਾ, ਜਿਹੜੇ ਜਿਨ੍ਹਾਂ ਦਾ ਸੈਸ਼ਨ ਇਕਨੋਮਿਕਲ ਵੀਕਰ ਕਿਹਾ ਜਾਂਦਾ ਜਿਨ੍ਹਾਂ ਨੂੰ, ਉਹਨਾਂ ਲਈ ਚੀਜ਼ਾਂ ਬੈਨ ਹੁੰਦੀਆਂ।
ਆ, ਵੱਡਿਆਂ ਲਈ ਕੋਈ ਬੈਨ ਨਹੀਂ ਹੁੰਦਾ, ਜੋ ਮਰਜ਼ੀ ਕਰਨ, ਚੀਤੇ ਖਰੀਦਣ, ਜੋ ਮਰਜ਼ੀ ਕਰਨ, ਉਹਨਾਂ ਲਈ ਕੋਈ ਬੈਨ ਨਹੀਂ ਹੈਗਾ। ਇੰਨਾ ਕੁ ਸੰਵਿਧਾਨ ਦਾ ਖੰਡਨ ਕਰਦੀ ਆ ਨਾ ਬੀਜੇਪੀ ਸਰਕਾਰ, ਕਿਤੇ ਨਾ ਧਰਮ ਦੀ ਰਾਜਨੀਤੀ ਕਰਾਉਂਦੇ ਆ, ਕਿਤੇ ਹਿੰਦੂ ਮੁਸਲਮਾਨ ਕਹਿ ਕੇ ਲੜਾਉਂਦੇ ਆ। ਤੇ ਹੁਣ ਇਹ ਦੇਖੋ ਮੂਰਖਤਾ ਹੀ ਹੈ ਜੀ, 100 ਕਰੋੜ ਰੁਪਏ ਚੀਤੇ 'ਤੇ ਖਰਚ ਦਿੱਤਾ ਜਾਵੇ। ਜੇ ਇੱਕ ਪਰਿਵਾਰ ਨੂੰ 5 ਲੱਖ ਦਾ ਕਿਤੇ ਮਕਾਨ ਲੈ ਦਿੱਤਾ ਜਾਵੇ, ਕਿੰਨੇ ਲੋਕ ਸੜਕਾਂ ਤੇ 2000 ਲੋਕ ਸੜਕਾਂ ਤੋਂ ਜਿਹੜੇ ਆ ਘਰਾਂ 'ਚ ਹੋ ਜਾਣਗੇ ਜੇ 100 ਕਰੋੜ ਦੇ ਨੂੰ 5-5 ਲੱਖ ਰੁਪਏ ਵਿੱਚ ਕਰਕੇ ਤੇ ਲੋਕਾਂ ਨੂੰ ਘਰ ਲੈ ਦਿੱਤੇ ਜਾਂਦੇ। ਬੜੀ ਵੱਡੀ ਗੱਲ ਹੈ ਕਿ ਜੇਕਰ 100 ਕਰੋੜ ਰੁਪਇਆ ਜੇਕਰ ਚੀਤਿਆਂ ਤੇ ਲਗਾਇਆ ਜਾਂਦਾ ਤੇ ਜੇਕਰ 100 ਕਰੋੜ ਰੁਪਇਆ ਕਿਸੇ ਐਸੇ ਮਾੜੇ ਬੰਦਿਆਂ ਦੇ ਉੱਤੇ ਜਾਂ ਗਰੀਬ ਪਰਿਵਾਰਾਂ ਦੇ ਉੱਤੇ ਲਗਾਇਆ ਜਾਂਦਾ ਤੇ ਸ਼ਾਇਦ ਉਹਨਾਂ ਵੱਲੋਂ ਬੜੀਆਂ ਸੀਸਾਂ ਨਿਕਲਦੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਹੋਰ ਜਿਹੜੀ VOTING ਦੇ ਵਿੱਚ ਵਾਧਾ ਹੋ ਸਕਦਾ ਸੀਗਾ। ਪਰ ਇੱਕ 100 ਕਰੋੜ ਰੁਪਇਆ ਜਿਹੜਾ ਕਿ 2 ਚੀਤਿਆਂ ਦੇ ਉੱਤੇ ਜਿਹੜਾ ਵੇਸਟ ਜਿਹੜਾ ਉਹ ਕੀਤਾ ਗਿਆ ਇਹਨਾਂ ਦੇ ਆਪਣੇ ਜਨਮ ਦਿਨ ਦੇ ਉੱਤੇ, ਤੇ ਬੜੀ ਹੈਰਾਨਗੀ ਦੀ ਗੱਲ, ਵੱਡਾ ਸਵਾਲ ਪੈਦਾ ਹੁੰਦਾ ਇਸ ਚੀਜ਼ ਦਾ ਕਿ ਜੇਕਰ ਆਪਾਂ ਮਣੀ ਜੀ ਗੱਲ ਕਰੀਏ ਕਿ ਜੇਕਰ 100 ਕਰੋੜ ਰੁਪਇਆ ਜਿਵੇਂ ਇਹਨਾਂ ਨੇ ਸਰਕਾਰੀ ਖਾਤੇ ਦੇ ਵਿੱਚੋਂ ਖਰਚਿਆ ਗਿਆ ਤੇ ਕੀ ਗੱਲ ਇਹਨਾਂ ਨੂੰ ਵੀ ਉੱਪਰ ਕੋਈ ਬੈਠੇ ਨਹੀਂ ਪੁੱਛਣ ਵਾਲੇ ਕਿ ਇਹਨਾਂ ਨਾਲ ਗੱਲ ਕਰ ਸਕਣ ਕਿ ਇਹ 100 ਕਰੋੜ ਰੁਪਇਆ ਇੱਕ ਪਬਲਿਕ ਦਾ ਜਿਹੜਾ ਪੈਸਾ ਆ ਸਰਕਾਰੀ ਖਾਤੇ ਵਿੱਚੋਂ ਆਪਾਂ ਖਰਚ ਰਹੇ ਹਾਂ। ਜਿਹੜਾ ਇਸ ਜਦੋਂ ਪੈਸਾ ਇਕੱਠਾ ਹੁੰਦਾ ਨਾ ਉਹ ਉਦੋਂ ਹੀ ਪਬਲਿਕ ਦਾ ਹੁੰਦਾ, ਜਦੋਂ ਇਕੱਠਾ ਹੋ ਕੇ ਖਜ਼ਾਨੇ 'ਚ ਚਲੇ ਜਾਂਦਾ ਉਹ ਸਮਝਦੇ ਕਿ ਸਾਡੇ ਪਿਓ ਦਾ ਪੈਸਾ ਬਣ ਗਿਆ, ਇਸ ਕਰਕੇ ਵੇਸਟੇਜ ਕੀਤੀ ਜਾਂਦੀ ਆ। ਜਿੱਥੇ ਉਹਨਾਂ ਨੂੰ 100 ਕਰੋੜ ਦੇ ਚੀਤੇ ਖਰੀਦੇਗੇ ਉਹ ਗਰੀਬਾਂ ਦੇ ਹੱਕ ਦਾ ਪੈਸਾ ਤੁਸੀਂ ਗਰੀਬਾਂ 'ਚ ਲਗਾਓ ਨਾ ਯਾਰ। ਜਦੋਂ ਤੁਸੀਂ ਗੱਲ ਕਰ ਰਹੇ ਹੋ 1952 ਦੀ, 1952 ਤੁਸੀਂ ਚੀਤੇ ਲੁਪਤ ਹੋ ਗਏ, ਲੇਕਿਨ 1952 ਦੇ ਵਿੱਚ 72 ਪੈਸੇ ਪੈਟਰੋਲ ਲੀਟਰ ਸੀ, ਪਰ ਲੀਟਰ 72 ਪੈਸੇ ਸੀ। ਅੱਜ ਦੀ ਡੇਟ 'ਚ 96 ਰੁਪਏ ਆ। ਤੁਸੀਂ ਫਿਰ ਵੀ 100 ਕਰੋੜ ਵੇਸਟ ਕਰਤਾ ਯਾਰ। ਤੁਸੀਂ ਕੀ ਮੈਂਟੈਲਿਟੀ ਦੇ ਰਹੇ ਹੋ ਪੰਜਾਬ ਨੂੰ, ਕੀ ਮੈਂਟੈਲਿਟੀ ਇੰਡੀਆ ਨੂੰ ਦੇ ਰਹੇ ਹੋ ਕਿ ਕੀ ਕਰਨਗੇ ਲੋਕ ਚੀਤਿਆਂ ਨੂੰ ਦੇਖ ਕੇ। ਮੇਰਾ ਪਰਿਵਾਰ ਹੈਗਾ, ਮੇਰਾ ਪਰਿਵਾਰ ਸਾਲ 'ਚ ਇੱਕ ਵਾਰੀ ਵੀ ਚੀਤਾ ਵੇਖਣ ਨਹੀਂ ਜਾ ਸਕਦਾ, ਕਿਉਂਕਿ ਜੇ ਜਾਏਗਾ ਵੀ ਤੇ ਡਰੇਗਾ ਵੀ ਕਿ ਬਿਲਕੁਲ ਤੁਹਾਡੀ ਬਿਲਕੁਲ ਗੱਲ ਸਹੀ ਹੈ ਕਿ ਆਪਾਂ ਕਈ ਕੁਛ ਐਸਿਆਂ ਦੇ ਹੁਣ ਪਰਿਵਾਰ ਨੇ ਕਿ ਜਿਹੜੇ ਸਾਡੇ ਵਰਗੇ ਹੀ ਲਾ ਲਈਏ ਆਪਾਂ ਕਿ ਜਿਹੜੇ ਐਡੀ ਦੂਰ ਆਪਾਂ ਚੀਤਾ ਨਹੀਂ ਵੇਖਣ ਜਾਵਾਂਗੇ, ਇੰਨਾ ਪੈਸਾ ਖਰਚ ਕਰਕੇ ਕਿ ਆਪਾਂ ਬਕਾਇਦਾ ਚੀਤਾ ਵੇਖਣ ਜਾਈਏ। ਠੀਕ ਹੈ ਜੀ, ਇਹ ਤਾਂ ਵਾਕਈ ਹੀ ਬਿਲਕੁਲ ਸਹੀ ਗੱਲ ਹੈ ਇਹਨਾਂ ਦੀ ਕਿ ਜੇਕਰ ਉਹ ਪੈਸਾ ਕਿਤੇ ਚੰਗੇ ਕੰਮ ਤੇ ਲਗਾਇਆ ਜਾਂਦਾ ਤੇ ਸ਼ਾਇਦ ਹੀ ਜਿੱਦਾਂ ਪਹਿਲੇ ਵੀ ਮੈਂ ਗੱਲ ਕੀਤੀ ਹੈ ਕਿ VOTING ਵੱਧ ਸਕਦੀ ਸੀ, ਇਹਨਾਂ ਦੀ ਜਿਹੜੀ ਹੈ ਉਹ ਹੋਰ ਜਿਹੜਾ ਇਹਨਾਂ ਦੇ VOTING ਦੇ ਵਿੱਚ ਵਾਧਾ ਹੋ ਸਕਦਾ ਸੀਗਾ। ਪਰ ਜਿਹੜਾ ਇੱਕ 100 ਕਰੋੜ ਰੁਪਈਆ ਨਜਾਇਜ਼ ਜਿਹੜਾ ਖਰਚੀ ਕੀਤੀ ਗਈ ਹੈ, ਇਹ ਤੇ ਬੜਾ ਵੱਡਾ ਸਵਾਲ ਇਹਨਾਂ ਦੇ ਉੱਤੇ ਸਵਾਲ ਉੱਠਦਾ ਹੈ। ਤੇ ਮਣੀ ਜੀ ਜੇ ਆਪਾਂ ਗੱਲ ਕਰੀਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹਨਾਂ ਨੇ ਸਰਕਾਰੀ ਨੌਕਰੀਆਂ ਦੀ ਗੱਲ ਕੀਤੀ ਗਈ ਸੀ, ਲੋਕਾਂ ਨੂੰ ਜਿਹੜੀ ਹੈ ਕਿ ਕਿਹਾ ਸੀਗਾ ਕਿ ਤੁਹਾਨੂੰ 20,000 ਨੌਕਰੀ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਵੇਗੀ ਤੇ ਭਗਵੰਤ ਮਾਨ ਜੀ ਵੱਲੋਂ ਇਹਨਾਂ ਨੂੰ ਪੈਸੇ ਦੀ ਵੀ ਜਿਹੜੀ ਮੰਗ ਕੀਤੀ ਗਈ ਸੀ ਜਦੋਂ ਆ ਪਿੱਛੇ ਜੀ ਜਦੋਂ ਇੱਥੇ ਪਹੁੰਚੇ ਸੀਗੇ ਆਪਣੇ ਮੋਦੀ ਜੀ, ਪਰ ਉਹ ਇਹਨਾਂ ਵੱਲੋਂ ਜਿਹੜਾ ਕੋਈ ਵੀ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਗਿਆ ਸੀਗਾ। ਪਤਾ ਨਹੀਂ ਮੋਦੀ ਸਾਹਿਬ ਦਾ ਪੰਜਾਬ ਨਾਲ ਕੀ ਵੈਰ ਹੈਗਾ। ਜੇ ਸਰਕਾਰ ਪੰਜਾਬ ਦੀ ਕੰਮ ਕਰ ਰਹੀ ਆ ਤੇ ਕਿਉਂ ਨਹੀਂ ਕਰਨ ਦਿੱਤਾ ਜਾਂਦਾ। ਤੁਸੀਂ 100 ਕਰੋੜ ਦੇ ਚੀਤੇ ਲੋਕਾਂ ਨੂੰ ਦਿਖਾ ਰਹੇ ਆ, ਲੇਕਿਨ ਯੂਥ ਆਪਣੀ ਨੌਕਰੀ ਮੰਗਦਾ ਪੜ੍ਹ ਲਿਖ ਕੇ, ਯੂਥ ਐਡੂਕੇਸ਼ਨ ਮੰਗਦਾ, ਯੂਥ ਵਧੀਆ ਪਲੇਟਫਾਰਮ ਮੰਗਦਾ। ਤੇ ਯੂਥ ਜਿਹੜੀ ਇਹ ਚੀਜ਼ ਆ ਬਹੁਤ ਗੌਰਮੈਂਟ ਦੇ ਅੱਖਾਂ ਤਾੜ ਕੇ ਬੈਠਾ ਕਿ ਗੌਰਮੈਂਟ ਕੁਛ ਨਾ ਕੁਛ ਸੋਚੇਗੀ। ਹਮੇਸ਼ਾ ਇੱਕ ਜਦੋਂ ਇਲੈਕਸ਼ਨ ਹੁੰਦੇ ਨਾ ਯੂਥ ਦੀ ਅੱਖ 'ਚ ਇੱਕ ਇਹੋ ਜਿਹੀ ਚਮਕ ਹੁੰਦੀ ਕਿ ਆਰ ਕੀ ਵੋਟ ਪਾ ਕੇ ਮੈਂ ਕਿਸੇ ਨਾ ਕਿਸੇ ਚੰਗੇ ਮੰਤਰੀ ਨੂੰ ਬਿਠਾਉਣਾ ਤੇ ਉਹ ਰਾਜ ਕਰੇਗਾ ਤੇ ਉਹ ਸਾਡਾ ਸੁਵਿਧਾ ਦੇਗਾ। ਲੇਕਿਨ ਜਦੋਂ ਬਣ ਜਾਂਦੇ ਆ ਤੇ ਉਹ ਫਿਰ ਤੁਹਾਨੂੰ ਦੱਸਣਾ ਕਿ ਪਿਓ ਦਾ ਪੈਸਾ ਸਮਝ ਲੈਂਦੇ ਆ। ਉਹ ਕਹਿੰਦੇ ਕਿ ਮੈਂ ਚੀਤੇ, ਜੇ ਮੋਦੀ ਸਾਹਿਬ ਨੇ ਚੀਤੇ ਵੇਖਣੇ ਤੇ ਜਾ ਕੇ ਕਿਤੇ ਹੋਰ ਜਾ ਕੇ ਦੇਖ ਲੈਂਦੇ, ਖਰਚ ਲੈਂਦੇ ਥੋੜਾ ਬਹੁਤਾ 50-60 ਲੱਖ ਰੁਪਏ ਖਰਚ ਲੈਂਦੇ, ਦੇਖ ਲੈਂਦੇ ਜਾ ਕੇ। 100 ਕਰੋੜ ਦੇ ਚੀਤੇ ਖਰੀਦ ਕੇ ਕੀ ਮਤਲਬ ਹੈਗਾ ਸੀ ਕਿ ਦੇਸ਼ ਨੂੰ ਤੁਸੀਂ ਦੱਸੋ ਨਾ ਕਿਹੜੇ ਕਿਹੜੇ ਪਰਿਵਾਰ ਜਾਂ ਗਲੀ ਗਲੀ 'ਚ ਘਰ ਘਰ 'ਚ ਘਮਾਓਗੇ ਚੀਤੇ ਕਿ ਮੈਂ ਚੀਤੇ ਲੈ ਕੇ ਆਇਆ। ਕਿੱਦਾਂ ਦੀ ਬੇਵਕੂਫੀਆਂ ਵਾਲੀ ਗੱਲ ਹਰਕਤਾਂ ਕਰਦੇ ਆ। ਹਾਂ, ਜਿੱਦਾਂ ਯੂਥ ਦੀ ਗੱਲ ਕਰੀਏ ਕਿ ਹੁਣ ਤੁਹਾਡੇ ਵਰਗੇ ਜਿਵੇਂ ਯੰਗ ਜਿਹੜੇ ਲੜਕੇ ਆ ਇਸ ਚੀਜ਼ਾਂ ਨੂੰ ਲੈ ਕੇ ਅੱਗੇ ਹੁੰਦੇ ਆ ਤੇ ਹੋਰ ਵੀ ਜਿਹੜਾ ਯੂਥ ਹੈ ਕਿਸ ਤਰ੍ਹਾਂ ਦੀ ਜਿਹੜੀ ਸਪੋਰਟ ਤੁਹਾਨੂੰ ਇਹਨਾਂ ਵੱਲੋਂ ਵੀ ਮਿਲ ਰਹੀ ਹੈ ਕਿ ਵਾਕਈ ਹੀ ਜਿਹੜੀ ਆ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਚੀਜ਼ ਸਾਨੂੰ ਪ੍ਰੋਵਾਈਡ ਕਰਵਾਈ ਜਾਏ, ਨਾ ਕਿ ਸਾਨੂੰ ਜਿਨ੍ਹਾਂ ਦੀ ਲੋੜ ਹੀ ਨਹੀਂ ਹੈ ਕਿ ਉਹ ਚੀਜ਼ਾਂ ਹੀ ਆਪਣੇ ਇੰਡੀਆ ਦੇ ਵਿੱਚ ਲਿਆਂਦੀਆਂ ਜਾਣ। ਦੇਖੋ ਸਪੋਰਟ ਕੋਈ ਨਹੀਂ ਮਿਲਦੀ। ਅੱਜ ਫਲੈਕਸ ਲਗਾਏ ਸੀ, ਹੁਣੇ ਅੱਧਾ ਘੰਟਾ ਪਹਿਲਾਂ ਪਤਾ ਲੱਗ ਗਿਆ ਜੀ ਲੱਤ ਗਏ। ਅਪਰੋਕਸੀਮੇਟ 2 ਘੰਟੇ ਫਲੈਕਸ ਨਹੀਂ ਲੱਗੇ। ਕਿਉਂ? ਕਿਉਂਕਿ ਇਹਨਾਂ ਨੂੰ ਡਰ ਖਲਦਾ ਕਿ ਹੁਣ ਗਲਤੀ ਕਰ ਲਈ, ਯੂਥ ਜਵਾਬ ਮੰਗ ਰਿਹਾ, ਡਰ ਲੱਗਦਾ। ਉਹੀ ਜਿਹੜੇ ਅੰਧ ਭਗਤ ਇਹਨਾਂ ਦੇ ਜਿਹੜੇ ਨੇਤਾ ਜਿਹੜੇ ਇੱਥੋਂ ਦੇ ਅੰਧ ਭਗਤ ਹੈਗੇ ਆ ਉਹੀ ਜਾ ਕੇ ਮੇਰੇ ਹੋਲਡਿੰਗ ਲਾਉਂਦੇ ਪਏ ਆ। ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੇ ਬੱਚਿਆਂ ਨੂੰ ਕਿੰਨੀਆਂ ਕੁ ਨੌਕਰੀਆਂ ਮਿਲ ਗਈਆਂ, ਕਿੰਨੇ ਕੁ ਤੁਹਾਡੇ ਬੱਚੇ IPS ਆਫੀਸਰ ਬਣ ਗਏ, ਕਿੰਨੇ ਕੁ ਐਡਮਿਨਿਸਟ੍ਰੇਸ਼ਨ 'ਚ ਬਣ ਗਏ, ਕਿੰਨੇ ਕੁ IAS ਬਣ ਗਏ। ਕਿਤੇ ਨਾ ਕਿਤੇ ਜਿੱਥੇ ਵੀ ਜਾਓ ਉੱਥੇ ਜਨ ਕਹਿੰਦੇ ਕਿ ਕੋਈ ਲੀਡਰ ਦੀ ਸਿਫਾਰਿਸ਼ ਲਿਆਓ ਤੇ ਉਹਨਾਂ ਦੇ ਜਿਹੜੇ ਲੀਡਰਾਂ ਦੇ ਟਟਪੁੰਜੀਏ ਬਣੇ ਪਏ ਆ, ਲਾਗੇ ਸੱਜੇ ਖੱਬੇ ਘੁੰਮਦੇ ਆ, ਉਹਨਾਂ ਦੇ ਬੱਚੇ ਹੀ ਆਪ ਰੁਲਦੇ ਪਏ ਆ।
ਉਹ ਵੀ ਦੱਸਣਾ। ਗੱਲ ਕਰੀਏ ਮਨੀ ਜੀ ਕਿ ਹਰ ਇੱਕ ਲੀਡਰ, ਹਰ ਮੰਤਰੀ, ਹਰ ਇੱਕ ਕੈਂਡੀਡੇਟ ਦੇ ਨਾਲ ਕੋਈ ਇੱਕ ਇਸ ਤਰ੍ਹਾਂ ਦਾ ਸ਼ਖਸ ਜ਼ਰੂਰ ਹੁੰਦਾ ਹੈ ਜੋ ਕਿ ਜਿਹੜੀ ਸ਼ਹਿਰ ਦੀ ਜੋ ਵੀ ਇੱਕ ਸਥਿਤੀ ਹੁੰਦੀ ਹੈ ਉਹਨੂੰ ਜਿਹੜਾ ਗਾਂਹ ਪਹੁੰਚਾਉਂਦਾ ਆ, ਤੇ ਉਹਨਾਂ ਵੱਲੋਂ ਕਿਉਂ ਚੁੱਪੀ ਵਰਤੀ ਜਾਂਦੀ ਹੈ? ਕਿਉਂ ਨਹੀਂ ਜਿਹੜਾ ਜੋ ਸ਼ਹਿਰ ਦੇ ਮਾਹੌਲ ਨੇ ਜਿੱਥੇ ਜ਼ਰੂਰਤ ਹੈਗੀ ਆ ਉਹਨਾਂ ਨੂੰ ਜਿਹੜਾ ਆਪਣਾ ਗਾਂਹ ਆਪਣੇ ਉੱਪਰ ਅਧਿਕਾਰੀਆਂ ਤੱਕ ਪਹੁੰਚਾਉਂਦੇ ਆ? ਦੇਖੋ ਜੀ, ਜਿਹੜੀ ਚੁੱਪੀ ਇਸ ਕਰਕੇ ਵਰਤੀ ਜਾਂਦੀ, ਕਮਿਸ਼ਨ ਉੱਪਰੋਂ ਚੱਲਦੀ ਆ। ਚਲੋ ਜੇ ਉੱਪਰੋਂ ਕਰੋੜਾਂ ਚੱਲੇ ਤੇ ਥੱਲੇ 10 ਰੁਪਏ ਤੇ ਆਣਗੇ, ਉਹ 10 ਰੁਪਏ 'ਚ ਖੁਸ਼ ਆ। ਲੇਕਿਨ ਅਸੀਂ ਉਹ 10 ਰੁਪਏ ਨਹੀਂ ਲੈਣਾ ਚਾਹੁੰਦੇ, ਉਹ ਜਨਤਾ ਦੇ ਪੈਸੇ ਆ। ਜਿੱਦਾਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਮੈਂ ਕੋ ਖਾਤੇ ਦੇ ਵਿੱਚ 1 ਕਰੋੜ ਪਿਆ ਸੀ ਤੇ ਜਿੰਨਾ ਵਿਆਜ ਆਇਆ ਮੈਂ ਉਹਦਾ ਵੀ ਪੈਸਾ ਜਨਤਾ 'ਚ ਲਾਇਆ, ਕਿਉਂਕਿ ਜਨਤਾ ਦਾ ਪੈਸਾ ਤੇ ਮੰਤਰੀ ਸਾਹਿਬ ਨਹੀਂ ਕਰ ਸਕਦੇ, ਪ੍ਰਧਾਨ ਮੰਤਰੀ ਸਾਹਿਬ ਨਹੀਂ ਕਰ ਸਕਦੇ। ਕਿਉਂ 100 ਕਰੋੜ ਰੁਪਈਆ ਲਗਾਇਆ? ਜੇ ਤੁਸੀਂ ਆਪਣੇ ਵਰਕਰ ਹੀ ਪਾਲਨੇ ਆ ਤੇ ਲੈ ਜਾਓ ਫਿਰ ਵਰਕਰ ਆਪਣੇ, ਕਿਤੇ ਵੱਖਰੀ ਸਟੇਟ ਬਣਾ ਲਓ ਯਾਰ। ਬੀਜੇਪੀ ਵਾਲੇ ਇੱਥੇ ਕਿਉਂ ਰਹਿ ਰਹੇ ਹੋ ਫਿਰ? ਜੇ ਨਵੀਂ ਜਿਵੇਂ ਆਪਣੇ ਭਗਵੰਤ ਮਾਨ ਜੀ ਵੀ ਆ, ਨਵੀਂ ਸਰਕਾਰ ਆਮ ਆਦਮੀ ਪਾਰਟੀ ਆਈ ਦੀ ਹੈ, ਪਰ ਕੁਝ ਗੱਲਾਂ ਇਹੋ ਜਿਹੀਆਂ ਨਿਕਲ ਕੇ ਆ ਰਹੀਆਂ ਕਿ ਜਿਹਦੇ ਵਿੱਚ ਕਈ ਲੋਕ ਹਜੇ ਵੀ ਇਹਨਾਂ ਤੇ ਕਹਿ ਰਹੇ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਨਹੀਂ ਪੂਰੇ ਕੀਤੇ ਗਏ। ਦੇਖੋ ਜੀ, ਟਾਈਮ ਲੱਗਦਾ। ਹੁਣ ਜਦੋਂ ਸਰਕਾਰ ਉੱਪਰ ਬੀਜੇਪੀ ਦੀ, ਥੱਲੇ ਆਮ ਆਦਮੀ ਪਾਰਟੀ ਦੀ, ਹੁਣ ਆਮ ਆਦਮੀ ਪਾਰਟੀ ਵਾਲਾ ਬੀਜੇਪੀ ਕੋ ਫੰਡ ਅਪਰੂਵਡ ਕਰਾਏਗਾ ਤੇ ਬੀਜੇਪੀ ਵਾਲਾ ਕਰਨ ਦੇਗਾ? ਇਹ ਤਾਂ ਗੱਲ ਪਹਿਲੇ ਵੀ ਸਾਫ਼ ਜ਼ਾਹਿਰ ਹੋ ਗਈ ਸੀ ਜਦੋਂ ਪਿੱਛੇ ਚੰਡੀਗੜ੍ਹ ਦੇ ਵਿੱਚ ਜਦੋਂ ਆਪਣੇ ਪ੍ਰਧਾਨ ਮੰਤਰੀ ਜੀ ਆਏ ਸੀਗੇ ਤੇ ਭਗਵੰਤ ਮਾਨ ਜੀ ਵੀ ਉੱਥੇ ਮੌਜੂਦ ਸੀਗੇ ਤੇ ਇਹਨਾਂ ਦੇ ਜਿਹੜੇ ਨਾਅਰੇ ਵੀ ਲਗਾਏ ਗਏ ਸੀਗੇ, ਤੇ ਉਸ ਤੋਂ ਬਾਅਦ ਇਹਨਾਂ ਨੇ ਗੱਲਾਂ ਦੇ ਵਿੱਚ ਪੈਸੇ ਦੀ ਵੀ ਮੰਗ ਰੱਖੀ ਗਈ ਸੀ ਮੋਦੀ ਜੀ ਕੋਲੋਂ, ਪਰ ਇਹਨਾਂ ਦੇ ਕੋਈ ਵੀ ਇਸ ਤਰ੍ਹਾਂ ਦਾ ਬਾਕੀ ਧਿਆਨ ਨਹੀਂ ਕੀਤਾ ਗਿਆ ਸੀ ਉਹਨਾਂ ਦੀ ਗੱਲਾਂ ਦੇ ਵੱਲ। ਗੱਲ ਇਸ ਕਰਕੇ ਧਿਆਨ ਨਹੀਂ ਕੀਤਾ ਗਿਆ, ਪਹਿਲੋਂ ਲੀਡਰ ਬਣਦੇ ਸੀ ਜਨਤਾ ਦੇ, ਹੁਣ ਲੀਡਰ ਬਣਦੇ ਆ ਪਾਰਟੀਆਂ ਦੇ। ਆਮ ਆਦਮੀ ਪਾਰਟੀ ਦੇ ਲੀਡਰ, ਬੀਜੇਪੀ ਦੇ ਲੀਡਰ, ਅਕਾਲੀ ਦਲ ਦੇ ਲੀਡਰ ਤੇ ਕਾਂਗਰਸ ਦੇ ਲੀਡਰ। ਹੁਣ ਕੀ ਕਰ ਗਈ, ਪਾਰਟੀਆਂ ਦੀ ਲੜਾਈ ਬਣ ਗਈ ਆ। ਉਹ ਬੀਜੇਪੀ ਵਾਲੇ ਕਹਿੰਦੇ ਨੇ ਜੇ ਉੱਤੇ ਫੰਡ ਅਪਰੂਵ ਕਰਕੇ ਮਾਨ ਨੂੰ ਦੇਤਾ ਤੇ ਮਾਨ ਆਪਣੀ ਸਰਕਾਰ ਵੱਲੋਂ ਕੰਮ ਕਰਾ ਦੇਗਾ ਯਾਰ। ਇਹ ਚੀਜ਼ਾਂ ਹੁਣ ਉੱਥੇ ਬੀਜੇਪੀ ਦੀ ਹੋਂਦ ਖਤਮ ਹੋ ਜਾਏਗੀ ਜੇ ਕੰਮ ਕਰਾਏਗਾ। ਤੇ ਹੁਣ ਬੀਜੇਪੀ ਨੂੰ ਸਟੈਂਡ ਕਰਨ ਲਈ ਕੀ ਨਹੀਂ ਕਰ ਰਹੇ? ਈਡੀ ਦੀਆਂ ਰੇਟਾਂ, ਐਨਆਈਏ ਦੀ ਰੇਟਾਂ ਕੀ ਨਹੀਂ ਕਰ ਰਹੇ? ਤੇ ਜਦੋਂ ਰੇਟ ਵੱਧ ਜਾਂਦੀ ਆ ਤੇ ਦੂਜੇ ਤੀਜੇ ਰੇਟ ਦੇ ਵਿੱਚ ਸੱਦਾ ਆ ਜਾਂਦਾ, ਯਾਰ ਆ ਜਾਓ ਬੀਜੇਪੀ 'ਚ। ਕਿੰਨੇ ਲੀਡਰ ਚਲੇ ਗਏ? ਜੇ ਕਰਪਟ ਹੀ ਤਾਂ ਚਲੇ ਗਏ ਨਾ। ਤੇ ਅੱਜ ਆਮ ਆਦਮੀ ਪਾਰਟੀ ਨੂੰ ਆਫਰ ਵਗਦੀ ਪਈ, ਲੇਕਿਨ ਕੋਈ ਲੀਡਰ ਨਹੀਂ ਹਿੱਲ ਰਿਹਾ ਕਿਉਂਕਿ ਕਰਪਸ਼ਨ ਨਹੀਂ ਹੈਗੀ ਉੱਥੇ। ਪਰ ਗੱਲ ਕਰੀਏ ਕਿ ਜਿਵੇਂ ਹੁਣ ਰੇਤ ਦੀ ਆਪਾਂ ਗੱਲ ਕਰਦੇ ਆ ਕਿ ਰੇਤ ਦਾ ਇਸ ਟਾਈਮ ਰੇਟ ਕਿੱਥੇ ਚਲ ਗਿਆ ਹੋਇਆ, ਕਿ ਉਹ ਗੱਲ ਕੀਤੀ ਗਈ ਸੀ ਕਿ ਆਪਾਂ ਜਿਹੜੀ ਆ ਰੇਤ ਦੀ ਜਿਹੜੀ ਮਾਈਨਿੰਗ ਹੁੰਦੀ ਹੈ ਇਹ 'ਤੇ ਆਪਾਂ ਕੰਟਰੋਲ ਕਰਾਂਗੇ, ਇਹਨੂੰ ਆਪਾਂ ਜਿਹੜਾ ਆਪਣੇ ਹੱਥ 'ਚ ਲੈ ਕੇ ਜਿਹੜੀ ਸਸਤੇ ਭਾਅ ਦੇ ਵਿੱਚ ਲੋਕਾਂ ਨੂੰ ਜਿਹੜੀ ਰੇਤ ਉਹ ਮਿਲੇਗੀ। ਪਰ ਅੱਜ ਦੀ ਤਰੀਕ ਦੇ ਵਿੱਚ ਵੀ ਰੇਟ ਹੈ ਜਿਹੜੀ ਸੋਨੇ ਦੇ ਭਾਅ 'ਤੇ ਚੜੀ ਹੋਈ ਹੈ ਕਿ ਪਿੱਛੇ ਜੀ ਸੋਨੇ ਦੇ ਥੈਲੀਆਂ ਦੇ ਵਿੱਚ ਜਿੱਥੇ ਸੋਨਾ ਪਾਈਦਾ ਉਹਦੇ ਵਿੱਚ ਜਿਹੜੀ ਰੇਤਾ ਵੀ ਪਾਈ ਗਈ ਸੀਗੀ। ਇਹਦੇ ਵੱਲੋਂ ਕੀ ਸਰ ਤੁਸੀਂ ਗੱਲ ਕਰਦੇ? ਦੇਖੋ ਜੀ, ਜਿਹੜੀ ਰੇਤ ਦੇ ਭਾਅ ਚੜੇ ਆ, ਅਸੀਂ ਮੰਨਦੇ ਹਾਂ ਕਿ ਜਿਹੜਾ ਮਜ਼ਦੂਰ ਵਰਗ ਆ ਦੁਖੀ ਆ, ਲੇਕਿਨ ਥੋੜ੍ਹੇ ਚਿਰਾਂ ਲਈ ਜਦੋਂ ਉਹਦੀ ਕਾਰਪੋਰੇਸ਼ਨ ਬਣ ਜਾਏਗੀ, ਕੀ ਪਤਾ ਉਹ 3500 ਦੀ ਪਹਿਲਾਂ ਟਰਾਲੀ ਸੀ, ਕੀ ਪਤਾ ਉਸ ਤੋਂ ਵੀ ਸਸਤੀ ਹੋ ਜਾਏ। ਸਰਕਾਰ ਨੂੰ ਕੰਮ ਤੇ ਕਰਨ ਦਿਓ। ਜਿਹੜੀਆਂ ਖੱਡਾਂ 'ਤੇ ਕੰਮ ਕਰ ਰਹੀ ਹੈ ਸਰਕਾਰ, ਆਪਣੀ ਕਾਰਪੋਰੇਸ਼ਨ ਬਣਾ ਰਹੀ ਆ, ਉਹ ਤੋਂ ਵੀ ਪੈਸਾ ਆਏਗਾ। ਲੇਕਿਨ ਜਦੋਂ ਕੰਮ ਕਰਨਾ ਹੁੰਦਾ ਨਾ, ਕਿਸੇ ਦੀ ਚੀਜ਼ ਨੂੰ ਕਾਰਪੋਰੇਸ਼ਨ ਬਣਾਉਣੀ ਹੋਵੇ, ਸਰਕਾਰੀ ਦਾਇਰੇ 'ਚ ਲੈਣਾ, ਉਹਨੂੰ ਟਾਈਮ ਲੱਗਦਾ। ਟਾਈਮ ਦੀ ਲੋੜ ਹੈਗੀ ਆ। ਜਨਤਾ ਨੂੰ ਸਬਰ ਬਣਾਉਣ ਦੀ ਲੋੜ ਹੈ ਕਿ ਸਬਰ ਰੱਖੋ, ਹੋਏਗਾ ਕੰਮ। ਕਰ ਰਹੀ ਹੈ ਸਰਕਾਰ। 200 ਯੂਨਿਟ ਮਾਫ ਕਰਤੇ, 75% ਬਿਜਲੀ ਦਾ ਬਿੱਲ ਜਿਹੜਾ ਲੋਕਾਂ ਦਾ ਜ਼ੀਰੋ ਕਰਤਾ। ਉਹ ਆਪਣਾ ਦੇ ਘਰਾਂ ਦਾ ਨਹੀਂ ਹੋਇਆ, ਇਹ ਤੁਹਾਡੇ ਘਰਾਂ ਦਾ ਵੀ ਹੋਇਆ। ਜੇ ਗੱਲ ਕਰੀਏ ਆਪਾਂ ਕਿ ਜਿੱਦਾਂ ਹੁਣ ਇੱਕ ਸੀਐਮ ਨੇ, ਸਾਡੇ ਪੰਜਾਬ ਦੇ ਸੀਐਮ ਹੈ, ਕਿ ਜੇਕਰ ਕਈ ਇਹੋ ਜਿਹੀਆਂ ਬਾਕੀ ਇਹਨਾਂ ਨੇ ਜਿਹੜੇ ਐਲਾਨ ਕੀਤੇ ਹੋਏ ਸੀਗੇ, ਪਰ ਹਜੇ ਵੀ ਜਿਹੜੀਆਂ ਜਿਵੇਂ ਲਾ ਲਈਏ ਆਪਾਂ ਬਿਜਲੀ ਮਹਿਕਮਾ ਹੋ ਗਿਆ ਜਾਂ ਹੋਰ ਵੀ ਮਹਿਕਮੇ ਲਾ ਲਈਏ, ਪਰ ਉਹ ਇਹਨਾਂ ਦੀ ਕਿਉਂ ਨਹੀਂ ਪ੍ਰੋਪਰ ਗੱਲ ਇਹਨਾਂ ਦੇ ਗੌਰ ਕਰਦਾ ਕਿ ਜੇ ਉਹਨਾਂ ਨੇ ਵਾਅਦੇ ਕੀਤੇ ਜਾਂ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹਨਾਂ 'ਤੇ ਕਿਉਂ ਨਹੀਂ ਪ੍ਰੋਪਰ ਗੌਰ ਕੀਤਾ ਜਾਂਦਾ? ਕਿਉਂ ਹਜੇ ਵੀ ਕਈ ਲੋਕ ਇਹੋ ਜਿਹੇ ਸਾਹਮਣੇ ਆ ਰਹੇ ਆ ਜਿਨ੍ਹਾਂ ਦਾ ਪਿੱਛੇ ਜੀ ਆ 7 ਲੱਖ ਰੁਪਈਆ ਬਿੱਲ ਆ ਗਿਆ ਆ ਕਿ ਕੀ ਗੱਲ, ਇੱਕ ਪੱਖਾ ਬੱਤੀ ਜਾਂ ਕੋਈ ਇੱਕ ਫਰਿੱਜ ਦੇ ਨਾਲ ਹੀ 7 ਲੱਖ ਰੁਪਇਆ ਬਿੱਲ ਜਾਇਜ਼ ਆਣਾ, ਤੇ ਫਿਰ ਵੀ ਇਹਨਾਂ ਦੇ ਵੱਲ ਜਿਹੜਾ ਗੌਰ ਕਿਉਂ ਨਹੀਂ ਕੀਤਾ ਗਿਆ? ਕਿਉਂ ਜਿਹੜੀ ਆਮ ਆਦਮੀ ਪਾਰਟੀ ਨੂੰ ਹਜੇ ਵੀ ਕਮਜ਼ੋਰ ਰੱਖਿਆ ਜਾ ਰਿਹਾ? ਦੇਖੋ ਜੀ, ਜੇ 7 ਲੱਖ ਬਿੱਲ ਇਹਨਾਂ ਦੇ ਰਾਜ 'ਚ ਆਇਆ, ਪੁਰਾਣੇ 'ਚ ਨਹੀਂ ਆਇਆ। ਪੁਰਾਣੇ 'ਚ ਵੀ ਤਾਂ ਆਇਆ ਹੀ ਆ, ਪੁਰਾਣੇ 'ਚ ਆਵਾਜ਼ ਨਹੀਂ ਚੁੱਕੀ ਗਈ। ਇਹਨਾਂ ਵੱਲੋਂ ਤੇ ਹੁਣ ਕਹਿਤਾ ਸੀ ਨਾ ਕਿ 600 ਯੂਨਿਟ ਤੋਂ ਉੱਪਰ ਜੇਕਰ ਆਏਗਾ ਤੇ ਫੇਰ ਹੀ ਆਪਾਂ ਬਿੱਲ ਕੀਤਾ, ਨਹੀਂ ਤੇ ਟੋਟਲ ਬਿੱਲ ਮਾਫ ਕੀਤਾ ਗਿਆ ਸੀਗਾ। ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਜੀ। ਪੁਰਾਣੀ 74 ਸਾਲ 'ਚ ਕਾਲੀ ਕਾਂਗਰਸ ਹੀ ਹੋਇਆ ਪੰਜਾਬ 'ਚ। ਜਦੋਂ 6 ਮਹੀਨੇ ਹਜੇ ਸਰਕਾਰ ਨੂੰ ਹੋਏ ਆ, ਸਰਕਾਰ ਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਵੀ ਕਈ ਲੋਕਾਂ ਨੂੰ ਗੰਦੀਆਂ ਆਦਤਾਂ ਪਈਆਂ ਹੋਈਆਂ ਕਰਪਸ਼ਨ ਕਰਨ ਦੀਆਂ। ਕਿਉਂਕਿ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਫਰਜ਼ ਹੈਗਾ ਕਿ ਲੀਡਰ ਨੂੰ ਦੱਸਣਾ ਕਿ ਇਹ ਪੈਸਾ ਤੁਸੀਂ ਇੱਥੇ ਡਿਵਰਟ ਕਰ ਸਕਦੇ ਹੋ, ਕਿਉਂਕਿ ਜੇ ਕੋਈ ਮੁੱਖ ਮੰਤਰੀ ਆ ਉਹਦੀ 5 ਸਾਲ ਦੀ ਡਿਊਟੀ ਆ, 5 ਸਾਲ ਤੋਂ ਬਾਅਦ ਫਿਰ ਇਲੈਕਟ ਹੋਏਗਾ, ਚੁਣਿਆ ਜਾਏਗਾ ਤੇ ਫਿਰ ਬਣੇਗਾ। ਜਦੋਂ 5 ਸਾਲ ਬਾਅਦ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਐਰਕੀ 6 ਮਹੀਨੇ ਹੋ ਗਏ ਆ, ਤੇ 6
6 ਮਹੀਨਿਆਂ ਬਾਅਦ ਜਦੋਂ ਕੰਮ ਹਜੇ ਕਰ ਰਹੇ ਆ ਉੱਤੇ ਪੂਰਾ ਫੋਕਸ ਕਰਾਂਗੇ ਨਾ। ਪੈਸਾ ਕਰਪਸ਼ਨ ਜਾਂਦੀ ਕਿੱਥੋਂ ਪਈ ਆ, ਆਂਦੀ ਕਿੱਥੋਂ ਪਈ ਆ, ਕਿੱਥੇ ਕਰਪਸ਼ਨ ਆ, ਕਿੱਥੇ ਕਮੀਆਂ, ਕਿੱਥੇ ਲੂਪਹੋਲ ਆ, ਉਹਨੂੰ ਦੇਖਣ ਲਈ 6 ਮਹੀਨੇ ਸਫੀਸ਼ੀਐਂਟ ਨਹੀਂ ਹੈਗੇ। ਪੂਰਾ ਪੰਜਾਬ ਆ ਵੀਰ ਜੀ, ਇਹਦੇ ਉੱਤੇ ਟਾਈਮ ਲੱਗਦਾ। ਜੇ ਕਿਸੇ ਕੋ ਗਲਤੀ ਹੋ ਗਈ ਉਹਦੇ क्षमा ਦੇ ਯਾਚਕ ਵੀ ਹੈਗੇ ਆ, ਲੇਕਿਨ ਗੱਲ ਵਾ ਕਿ ਸਾਨੂੰ ਦੇਖਣਾ ਵੀ ਪਏਗਾ ਨਾ ਕਿੱਥੇ ਲੂਪਹੋਲ ਹੈਗੇ, ਉਹ ਲੂਪਹੋਲ ਨੂੰ ਕਲੀਅਰ ਕਰਨਾ ਪਏਗਾ। ਕਿੰਨੇ ਕਰਪਟ ਅਧਿਕਾਰੀ ਆਪਾਂ ਅੰਦਰ ਦੇਤੇ, ਕਿੰਨੇ ਕਰਪਟ ਦਿੱਤੇ ਆ। ਕਿਸੇ ਦੀ ਅੱਜ ਜੁਰਤ ਨਹੀਂ ਸੀ ਕਿ ਆਸ਼ੂ ਵਰਗੇ ਨੂੰ ਹੱਥ ਪਾ ਲੈਂਦੇ, ਜੁਰਤ ਸੀ ਕਿਸੇ ਦੀ ਧਰਮ ਸਿੰਘ ਸੋਧ ਵਰਗੇ ਨੂੰ ਹੱਥ ਪਾ ਲੈਂਦੇ, ਜਿਨ੍ਹਾਂ ਦੇ ਵੱਡੇ ਐਜੀਟੇਸ਼ਨ ਖੁਦ ਸੜਕਾਂ 'ਤੇ ਲੈ ਕੇ ਲੜੇ ਆ। ਲੇਕਿਨ ਅੱਜ ਦੀ ਡੇਟ 'ਚ ਅੰਦਰ ਜਾਣ ਕੇ ਬੜੀ ਖੁਸ਼ੀ ਹੁੰਦੀ ਕਿ ਇਹ ਜਿਹੜੀ ਸਰਕਾਰ ਆ, ਇਹ ਜਿਹੜੀ ਆ ਕਿ ਚੰਗੀ ਸਰਕਾਰ ਹੈਗੀ ਆ। ਚੰਗੀ ਸਰਕਾਰ ਨੂੰ ਥੋੜ੍ਹਾ ਕੰਮ ਕਰਨ ਦਿਓ, ਥੋੜ੍ਹੇ ਲੂਪਹੋਲ ਕੱਢਣ ਦਿਓ। 1000 ਰੁਪਏ ਦੀ ਵੀ ਗੱਲ ਕੀਤੀ ਗਈ ਸੀ ਔਰ ਕਿ ਇਹਨਾਂ ਦੇ ਫਾਰਮ ਭਰੇ ਗਏ ਸੀ ਲੇਡੀਜ਼ ਦੇ ਕਿ 1000 ਰੁਪਏ ਜਿਹੜਾ ਮਹੀਨਾ ਕੀ ਹਜੇ ਤੱਕ ਉਹ ਵੀ ਨਹੀਂ ਜਿਹੜੀ ਸ਼ੁਰੂ ਹੋਇਆ ਜੀ। ਦੇਖੋ ਜੀ, ਸਭ ਕੁਝ ਸ਼ੁਰੂ ਹੋਏਗਾ। ਮੈਂ ਫਿਰ ਦੱਸ ਰਿਹਾ ਕਿ 6 ਮਹੀਨੇ ਦੇ ਵਿੱਚ ਜਿਹੜਾ ਜੋ ਜਨਤਾ ਨੂੰ 74 ਸਾਲ 'ਚ ਨਹੀਂ ਮਿਲਿਆ, 6 ਮਹੀਨੇ 'ਚ ਮਿਲ ਗਿਆ। ਤੁਹਾਡੇ 300 ਯੂਨਿਟ ਮਾਫ ਹੋ ਗਏ, ਘਰ ਦਾ ਬਿੱਲ 0 ਹੋ ਗਿਆ 75% 'ਚ, ਜਿਹੜੇ 74 ਸਾਲ ਨਹੀਂ ਹੋ ਗਏ। ਅੱਜ ਸਾਰੇ ਦਾਅਵੇ ਕਰਨ ਲੱਗ ਪਏ ਕਿ ਅਸੀਂ ਇੰਨੇ 400 ਕਰ ਦਾਂਗੇ, ਅਸੀਂ ਇਹ ਕਰਦਾ। ਪਹਿਲੋਂ ਕਿਉਂ ਨਹੀਂ ਕੀਤਾ? ਅੱਜ ਤੁਹਾਨੂੰ ਜ਼ਿਆਦਾ ਬੁੱਧੀ ਜਾਗ ਵੀ, ਜਾਂ ਅੱਜ ਤੁਸੀਂ ਜ਼ਿਆਦੀਆਂ ਟਿਊਸ਼ਨਾਂ ਲਾ ਲਈਆਂ ਕਿਤੇ, ਜਾਂ ਇਕਨੋਮਿਕਸ ਜ਼ਿਆਦਾ ਪੜ੍ਹ ਲਈ ਆ। ਜਿਹੜਾ ਕੀ ਲੱਗਦਾ ਕਿ ਜੇਕਰ ਮੋਦੀ ਜੀ ਨੇ ਜਿਹੜਾ ਸੁਪਨਾ ਦਿਖਾਇਆ ਸੀ ਚੰਗੇ ਦਿਨਾਂ ਦਾ ਸੁਪਨਾ, ਜੇ ਗੱਲ ਕਰੀਏ ਕਿ ਚੰਗੇ ਦਿਨ ਆਉਣਗੇ, ਤੇ ਆਪਾਂ ਨੂੰ ਲੱਗਦਾ ਹੈ ਕਿ ਜੇਕਰ 6 ਮਹੀਨੇ ਹੋਏ ਆ ਕਿ ਜੇਕਰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵਾਕਈ ਆਪਾਂ ਇਹ ਸਰਕਾਰ 'ਚ ਚੰਗੇ ਦਿਨ ਵੇਖ ਸਕਾਂਗੇ। ਦੇਖੋ ਜੀ, ਚੰਗੇ ਦਿਨ ਤੇ ਆ ਗਏ। ਜਿਹੜਾ ਮੇਰੇ ਅੱਖਾਂ ਦੇ ਸਾਹਮਣੇ ਜਿਹੜਾ ਤੇਲ ਸੀ ਕਾਰ ਦਾ, ਸਰੋਂ ਦਾ ਤੇਲ ਹੀ 95 ਰੁਪਏ ਸੀ, ਅੱਜ 195 ਹੋ ਗਿਆ। ਚੰਗੇ ਦਿਨ ਨਹੀਂ ਆ ਭਾਜੀ, ਦੁੱਗਣੇ ਹੋ ਗਏ। ਅਸੀਂ ਵੀ ਮੋਦੀ ਭਗਤ ਬਣਾਂਗੇ ਕਿ ਹਾਂਜੀ ਚੰਗੇ ਦਿਨ ਹੋ ਗਏ ਜੀ। ਤੇ ਮਹਿੰਗਾਈ ਇੰਨੀ ਵੱਧ ਗਈ ਆ, ਲੋਕਾਂ ਦੇ ਚੁੱਲ੍ਹੇ ਠੰਡੇ ਹੋ ਗਏ ਆ। ਲੋਕਾਂ ਦੇ ਪੰਜਾਬ ਦੇ ਵਿੱਚ ਜੇ ਗੁਰੂ ਘਰ ਨਾ ਹੋਣ, ਲੰਗਰ ਨਾ ਹੋਣ, ਤੇ ਅੱਧਾ ਪੰਜਾਬ ਭੁੱਖਾ ਸੋਵੇ। ਤੁਸੀਂ ਸੜਕਾਂ 'ਤੇ ਵੀ ਜਾ ਕੇ ਜਨਤਾ ਦੇ ਹਾਲ ਵੇਖੋ, ਜੇ ਬਹਿ ਕੇ ਏਸੀਆਂ ਦੇ ਵਿੱਚ ਬਹਿ ਕੇ ਆਪਣੇ ਹੋਰ ਦਫ਼ਤਰਾਂ ਦੇ ਵਿੱਚ ਜਾ ਕੇ ਬਿਆਨ ਕਰ ਦਿੰਦੇ, ਇਹ ਹੋ ਗਿਆ, ਉਹ ਹੋ ਗਿਆ। ਸੜਕ 'ਤੇ ਉਤਰ ਕੇ ਤੁਹਾਡੇ ਪਿਓ ਨੇ ਵੇਖਣਾ। ਉੱਥੇ ਇਹਨਾਂ ਵੱਲੋਂ ਤਾਂ ਚੰਗੇ ਦਿਨਾਂ ਦੀ ਬੜੀ ਆਵਾਜ਼ ਦਿੱਤੀ ਗਈ ਸੀ ਉਸ ਟਾਈਮ ਤੇ ਕਿ ਚੰਗੇ ਦਿਨ ਆਉਣਗੇ, ਤੇ ਹਜੇ ਤੱਕ ਤਾਂ ਸਾਨੂੰ ਚੰਗੇ ਦਿਨ ਕਿਸ ਤਰ੍ਹਾਂ ਬਲਕਿ ਦੇਖਣ 'ਚ ਨਹੀਂ ਮਿਲੇ। ਉਲਟਾ ਜਿਹੜਾ ਡੀਜ਼ਲ ਪੈਟਰੋਲ ਦੇ ਜਾਂ ਫਿਰ ਹੋਰ ਚੀਜ਼ਾਂ ਦੇ ਲਾ ਲਈਏ ਕਿ ਰੇਟ ਵਧੇ ਨੇ। GST ਜਿਹੜੀ ਹੈ ਪ੍ਰੋਪਰ ਵੱਧ ਗਈ, ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜੀ ਹੈ ਸਲਾਵਾਂ ਨੂੰ ਜਿਹੜੀ ਹੁਣ GST ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਚੰਗੇ ਦਿਨ ਆਉਣਗੇ, ਮਗਰ ਉਹਨਾਂ ਨੇ ਅਗਲੀ ਲਾਈਨ ਨਹੀਂ ਤੁਸੀਂ ਸੁਣੇ, ਚੰਗੇ ਦਿਨ ਆਉਣਗੇ ਲੇਕਿਨ BJP ਦੇ ਨੇਤਾ ਦੇ, ਹੋਰ ਕਿਸੇ ਦੇ ਨਹੀਂ ਭਾਜੀ। ਹਰ ਜਗ੍ਹਾ ਤੇ ਟੈਕਸ, ਕਿੱਥੇ ਟੈਕਸ ਨਹੀਂ ਹੈਗਾ? ਹੁਣ ਤੇ ਸਰਾਵਾਂ 'ਚ ਵੀ ਲਗਾਤਾ, ਹੁਣ ਕਿੱਥੇ ਚੰਗੇ ਦਿਨ? ਹੁਣ ਤੇ ਜੇ ਤਾਂ ਸਰਾਵਾਂ 'ਚ ਪਹਿਲਾਂ ਟੈਕਸ ਨਹੀਂ ਹੈਗਾ ਸੀ, ਹੁਣ ਟੈਕਸ ਲਗਾਤਾ ਸਰਾਵਾਂ 'ਚ, ਇਹਦਾ ਮਤਲਬ ਸਰਕਾਰ ਦੀ ਆਮਦਨ ਵਧੀ, ਫਿਰ ਵੀ ਚੰਗੇ ਦਿਨ ਨਹੀਂ ਆਏ। ਤੇ ਜੇਕਰ ਇਹ ਟੈਕਸ ਲਗਾ ਰਹੇ ਨੇ ਤੇ ਇਹਦਾ ਮਤਲਬ ਫਿਰ ਫਜ਼ੂਲ ਖਰਚੀ ਕਿਉਂ ਕੀਤੀ ਜਾ ਰਹੀ ਹੈ? 100 ਕਰੋੜ ਰੁਪਈਆ ਇੱਕ ਚੀਤਿਆਂ ਦੇ ਉੱਤੇ ਲਾਇਆ ਜਾ ਰਿਹਾ ਆ। ਇਹ ਚੰਗੇ ਦਿਨ ਕੀ ਤੁਹਾਨੂੰ ਲੱਗਦਾ ਕਿ ਵਾਕਈ ਹੋਰ ਅੱਗੇ ਜੇਕਰ ਆਪਣੀ ਸਰਕਾਰ ਆਉਂਦੀ ਹੈ ਤੇ ਉਹ ਚੰਗੇ ਦਿਨ ਵੇਖਣ ਨੂੰ ਮਿਲ ਜਾਣਗੇ ਕਿ ਜਾਂ ਦੁਨੀਆ ਬਿਲਕੁਲ ਹੀ ਜਿਹੜੀ ਨੀਵੀਂ ਹੋ ਜਾਏਗੀ? ਦੇਖੋ ਜੀ, ਜੇ ਜਿਹੜਾ ਬਜ਼ੁਰਗ ਬੰਦੇ ਨੂੰ ਤੁਸੀਂ ਵਰਲਡ ਘੁਮਾਤਾ ਆਪਣੇ ਪੈਸੇ ਤੇ, ਬਜ਼ੁਰਗ ਬੰਦੇ ਨੂੰ ਚੀਤੇ ਦਿਖਾਤੇ 100 ਕਰੋੜ ਦੇ ਲੈ ਕੇ, ਤੇ ਉਹ ਚੀਜ਼ ਕਦੀ ਸੋਚ ਸਕਦਾ ਕਿ ਮੈਂ ਜਨਤਾ ਲਈ ਵੀ ਚੰਗੇ ਦਿਨ ਲਿਆਵਾਂਗਾ? ਉਹ ਕਹਿੰਦਾ ਚੰਗੇ ਦਿਨ ਤੇ ਮੇਰੇ ਆ। ਜਾਂਦੇ ਜਾਂਦੇ ਵਰਲਡ ਘੁੰਮ ਲਿਆ, ਜਾਂਦੇ ਜਾਂਦੇ ਚੀਤੇ ਵੇਖ ਲਏ, ਜਾਂਦੇ ਜਾਂਦੇ ਜਨਤਾ ਨੂੰ ਲੁੱਟ ਲਿਆ, ਜਾਂਦੇ ਜਾਂਦੇ ਕਿਸਾਨਾਂ ਦੇ ਕਿਸਾਨਾਂ ਦੇ ਜਿਹੜੇ ਕਾਨੂੰਨੀ ਬਿੱਲ ਜਿਹੜੇ ਗਲਤ ਲੈ ਆਉਂਦੇ, ਜਿੰਨਾ ਬੜਾ ਵਿਵਾਦ ਪਿਆ ਰਿਹਾ, ਪੰਜਾਬ ਨੇ ਬੜੀ ਵੱਡੀ ਟਾਲ ਆਈ। ਹਾਂ, ਜਾਂਦੇ ਜਾਂਦੇ ਹੀ ਕਰਦੇ ਪਏ ਨਾ। 2024 'ਚ ਦਿਖਾਣਾ ਚੰਗੇ ਦਿਨ, ਕਹਿਣ ਹਵਾ ਇੱਕ ਵੀ ਸਟੇਜ 'ਤੇ ਖਲੋ ਕੇ ਇਹਨਾਂ ਦਾ ਲੀਡਰ ਕਵੇ ਹਾਂ ਚੰਗੇ ਦਿਨ। ਪਤਾ ਤਾਂ ਲੱਗੇ ਜਨਤਾ ਜਦੋਂ ਜਨਤਾ ਇਹਨਾਂ ਦੀ ਪਰੇਡ ਕਰਦੀ, ਜਨਤਾ ਨੂੰ ਪੁੱਛਦੀ ਕਿ 10 ਸਾਲ ਹੋ ਗਏ ਆ ਸਰਕਾਰ ਨੂੰ, ਚੰਗੇ ਦਿਨ ਕਿੱਥੇ ਹੈਗੇ ਆ? ਅੱਜ ਵੀ ਲੋਕ ਸੜਕਾਂ 'ਤੇ ਉਤਰ ਰਹੇ ਆ, ਸੜਕਾਂ 'ਤੇ ਮਰ ਰਹੇ ਆ, ਮੰਗ ਕੇ ਲੋਕ ਰੋਟੀ ਖਾ ਰਹੇ ਆ। ਇਸ ਟਾਈਮ ਹਾਲਾਤ ਤੇ ਵੇਖੋ ਤੁਸੀਂ ਜਨਤਾ ਦੇ ਜਾ ਕੇ। ਜਨਤਾ ਚੰਗੇ 100 ਕਰੋੜ ਦੇ ਚੀਤੇ ਨਹੀਂ ਦੇਖ ਰਹੀ, ਲੇਕਿਨ ਜਨਤਾ ਆਪਣੀ ਬੇਰੁਜ਼ਗਾਰੀ ਦੇਖ ਰਹੀ ਆ ਕਿ ਕਿੱਦਾਂ ਬੇਰੁਜ਼ਗਾਰੀ ਹੈਗੀ ਆ, ਕਿਸ ਤਰ੍ਹਾਂ ਰੋਜ਼ ਦੇ 10 ਰੁਪਏ ਕਮਾਣੇ ਆ ਤੇ ਕਿੱਦਾਂ ਖਾਣੇ ਆ। ਬਿਲਕੁਲ ਜੀ, ਵੱਡੀ ਗੱਲ ਹੈ। ਤੇ ਲੋਕ ਵੇਖ ਰਹੇ ਕਿ ਕਿਸ ਤਰ੍ਹਾਂ ਜਿਹੜਾ ਇੱਕ ਬੰਦਾ ਪੂਰੇ ਦਿਨ ਦੀ ਜਿਹੜਾ ਮਿਹਨਤ ਕਰਦਾ ਤੇ ਇੱਕ 10 ਰੁਪਏ ਕਮਾਉਂਦਾ ਤੇ ਉਹੀ ਜਿੰਨੇ ਖਾਣੇ ਹੁੰਦੇ ਆ, ਤੇ ਉਹ 100 ਕਰੋੜ ਦੇ ਚੀਤੇ ਕਿੱਥੇ ਵੇਖਣ ਜਾਵੇਗਾ? ਇਹ ਇੱਕ ਵੱਡਾ ਸਵਾਲ ਹੁੰਦਾ ਹੈ ਕਿ ਜੇਕਰ ਉਹੀ 100 ਕਰੋੜ ਰੁਪਇਆ ਪਬਲਿਕ ਦੇ ਲੋਕਾਂ ਦੇ ਭਲੇ ਵਾਸਤੇ ਲਗਾਇਆ ਜਾਂਦਾ ਤੇ ਸ਼ਾਇਦ ਅੱਜ ਲੋਕ ਜਿਹੜੀਆਂ ਗੱਲਾਂ ਨਾ ਕਰਦੇ। ਤੇ ਭਾਜੀ ਜੇ ਗੱਲ ਕਰੀਏ ਕਿ ਜਿੱਦਾਂ ਹੁਣ ਤੁਹਾਡੇ ਵੱਲੋਂ ਬੋਰਡ ਲਗਾਇਆ ਗਿਆ ਸੀਗਾ ਕਿ ਚੀਤੇ ਨਹੀਂ ਆਪਾਂ ਚੰਗੇ ਦਿਨ ਕਦੋਂ ਦਿਖਾਓਗੇ, ਤੇ 2 ਘੰਟੇ ਵੀ ਆ ਜਿਹੜੇ ਤੁਹਾਡੇ ਉਹ ਬੋਰਡ ਨਹੀਂ ਲੱਗਣ ਦਿੱਤੇ ਸ਼ਹਿਰ ਦੇ ਵਿੱਚ, ਤੇ ਕੀ ਲੱਗਦਾ ਤੁਹਾਨੂੰ ਕਿ ਇਹ ਬਾਕੀ ਪ੍ਰੋਪਰ ਦਬਾਅ ਪੈ ਰਿਹਾ ਇਸ ਚੀਜ਼ ਦਾ ਕਿ ਇੱਕਦਮ ਹੀ ਜਿਹੜੇ ਆ 2 ਘੰਟਿਆਂ ਦੇ ਵਿੱਚ ਹੀ ਤੁਹਾਡੇ ਜਿਹੜੇ ਆ ਫਲੈਕਸਾਂ ਲਾ ਦਿੱਤੀਆਂ ਗਈਆਂ? ਦੇਖੋ ਜੀ, ਬਾਬਾ ਸਾਹਿਬ ਦੀ ਕੌਮ ਨੂੰ ਕਦੀ ਦਬਾਇਆ ਨਹੀਂ ਜਾ ਸਕਦਾ। ਜਿਹਨੂੰ ਸੰਵਿਧਾਨ ਦਾ ਪਤਾ ਹੈ, ਜਿਹਨੂੰ ਆਪਣੇ ਹੱਕਾਂ ਦਾ ਪਤਾ, ਉਹਨੂੰ ਕਦੀ ਦਬਾਇਆ ਨਹੀਂ ਸਕਦਾ, ਚਾਹੇ BJP ਸਰਕਾਰ ਹੋਵੇ, ਚਾਹੇ ਕੋਈ ਵੀ ਸਰਕਾਰ ਹੋਵੇ। ਜਿੱਥੇ ਗਲਤ ਹੋਏਗੀ
ਉੱਥੇ ਮਨੀ ਗਿੱਲ ਦਾ ਸਟੈਂਡ ਹੋਏਗਾ। ਚਾਹੇ ਲੱਖ ਜਨਤਾ ਐਂਟੀ ਹੋ ਜੇ, ਲੱਖ ਅੰਧ ਭਗਤ ਐਂਟੀ ਹੋ ਜਾਣ, ਲੇਕਿਨ ਜੋ ਗੱਲ ਸੱਚ ਦੀ ਉਹੀ ਮੂੰਹ 'ਤੇ ਰੱਖਾਂਗੇ। ਜੇ 2 ਘੰਟੇ ਨਹੀਂ ਲਗਾਏ ਦਿੱਤੇ ਫਲੈਕਸ, ਇਹਨਾਂ ਨੂੰ ਡਰ ਹੀ, ਜੇ ਇਹਨਾਂ ਨੂੰ ਸੱਚ ਹੁੰਦਾ ਤੇ ਦੇਣ ਜਵਾਬ ਮੀਡੀਆ 'ਚ ਆਣ ਕੇ ਕਿ 100 ਕਰੋੜ ਦੇ ਚੀਤੇ ਕਰਨੇ ਕੀ ਆ, ਦੇਣ ਜਵਾਬ ਉਹ ਜਨਤਾ ਨੂੰ ਜਿਨ੍ਹਾਂ ਦੇ ਬੱਚੇ ਅੱਜ ਵੀ ਬੇਰੁਜ਼ਗਾਰ ਹੈਗੇ ਆ, ਦੇ ਦੀਵਾਨ ਉਹਨਾਂ ਬੱਚਿਆਂ ਨੂੰ ਜਿਹੜੇ ਸਿੱਖਿਆ ਤੋਂ ਵਾਂਝੇ ਹੈਗੇ ਆ, ਦੇਣ ਧੀਆਂ ਨੂੰ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਨਹੀਂ ਮਿਲ ਰਹੀ, ਦੇ ਉਹ ਧੀਆਂ ਨੂੰ ਜਵਾਬ ਦੇਣ ਜਿਨ੍ਹਾਂ ਦੇ ਸ਼ਰੇਆਮ ਬਲਾਤਕਾਰ ਹੁੰਦੇ ਆ ਤੇ ਦੋਸ਼ੀ ਸ਼ਰੇਆਮ ਸੜਕਾਂ 'ਤੇ ਘੁੰਮਦੇ ਆ, ਤੇ ਜੇ ਜਵਾਬ ਉਹੀ ਲੀਡਰਾਂ ਨੂੰ ਕਿ ਜਿਨ੍ਹਾਂ ਦੇ ਲੀਡਰ ਇਹਨਾਂ ਨੇ ਰੇਪ ਕਰਦੇ ਹੋਏ ਬਚਾਏ ਆ। ਬੀਜੇਪੀ ਦੇ ਕਈ ਲੀਡਰਾਂ ਦਾ ਨਾਮ ਰੇਪ ਦੇ ਵਿੱਚ ਆਇਆ, ਜਿੱਦਾਂ ਹਾਥਰਸ ਦੇ ਵਿੱਚ ਹੋਇਆ, ਰਾਜਸਥਾਨ ਦੇ ਵਿੱਚ ਹੋਇਆ, ਸਾਡੇ ਸਮਾਜ ਦੇ ਬੱਚਿਆਂ ਨੂੰ ਮੁੱਛਾਂ ਰੱਖਣ ਤੋਂ ਮਾਰ ਦਿੱਤਾ ਗਿਆ, ਹਥਰਸ ਦੇ ਵਿੱਚ ਲੜਕੀ ਨੂੰ ਬਲਾਤਕਾਰ ਕਰਕੇ ਸਾੜ ਦਿੱਤਾ ਗਿਆ। ਉਹਨਾਂ ਜਿਹੜੇ ਪਰਿਵਾਰਾਂ ਨੂੰ ਜਵਾਬ ਕੌਣ ਦੇਗਾ? ਬਿਲਕੁਲ ਜੀ, ਜਵਾਬ ਬਣਦਾ ਹੈ, ਇਸ ਚੀਜ਼ ਦਾ ਜਵਾਬ ਬਿਲਕੁਲ ਬਣਦਾ ਹੈ ਕਿ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਕਿ ਇਹਨਾਂ ਨੂੰ ਇਹ ਚੀਜ਼ਾਂ ਦਾ ਜਵਾਬ ਜ਼ਰੂਰ ਦੇਣਾ ਪਏਗਾ ਕਿ ਅੱਜ ਜਨਤਾ ਜਿਹੜੀ ਹੈ ਜਾਗ ਚੁੱਕੀ ਹੈ, ਜਨਤਾ ਜਿਹੜੀ ਹੈ ਉਹ ਉੱਠ ਚੁੱਕੀ ਹੈ ਕਿ ਸਾਨੂੰ ਇਸ ਚੀਜ਼ਾਂ ਦਾ ਜਵਾਬ ਚਾਹੀਦਾ ਹੈ ਕਿ ਇਹਨਾਂ ਨੂੰ ਜ਼ਿਆਦਾ 100 ਕਰੋੜ ਦੇ ਚੀਤੇ ਜ਼ਰੂਰੀ ਸੀ ਕਿ ਜਾਂ ਆਮ ਜਨਤਾ ਇਹਨਾਂ ਨੂੰ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਐਡੀ ਵੱਡੀ ਕੁਰਸੀ 'ਤੇ ਬਿਠਾਇਆ, ਇਹਨਾਂ ਨੂੰ ਆਪਣਾ ਜਿਹੜਾ ਪੂਰੇ ਇੰਡੀਆ ਦਾ ਜਿਹੜਾ ਆਪਣਾ ਅਧਿਕਾਰ ਦਿੱਤਾ ਆ ਕਿ ਇਹਨਾਂ ਨੂੰ ਚਲਾਉਣ ਵਾਸਤੇ। ਜੇਕਰ ਉਹ ਫਜ਼ੂਲ ਖਰਚੀ ਕਰਨਗੇ ਤੇ ਜੇਕਰ ਲੋਕਾਂ ਨੂੰ ਛੱਡ ਕੇ ਇੱਕ 100 ਕਰੋੜ ਦੇ ਬਾਹਰੋਂ ਚੀਤੇ ਲਿਆ ਕੇ ਤੇ ਛੱਡੇ ਜਾਣਗੇ ਕਿ ਜਿਹੜੇ ਲੋਕ ਵੇਖ ਵੀ ਨਹੀਂ ਸਕਦੇ, ਇਹ ਸਿਰਫ ਸ਼ਾਹੂਕਾਰ ਨੇ ਜਿਹੜੇ ਤਗੜੇ ਬੰਦੇ ਜਿਹੜੇ ਚੀਤਿਆਂ ਨੂੰ ਜਾ ਕੇ ਦੇਖ ਸਕਦੇ, ਪਰ ਮਾੜਾ ਬੰਦਾ ਉਹ ਚੀਤੇ ਨਹੀਂ ਦੇਖ ਸਕਦਾ। ਪਰ ਇਹ ਚੀਜ਼ਾਂ ਦਾ ਜਿਹੜਾ ਜਵਾਬ ਹੈ ਉਹ ਸਰਕਾਰ ਨੂੰ ਦੇਣਾ ਪਏਗਾ, ਆਉਣ ਵਾਲੇ ਟਾਈਮ ਦੇ ਵਿੱਚ ਦੇਣਾ ਪਏਗਾ ਜਵਾਬ ਇਸ ਚੀਜ਼ਾਂ ਦਾ ਕਿ ਜੋ ਲੋਕ ਗੱਲਾਂ ਕਰ ਰਹੇ ਨੇ, ਇਸ ਚੀਜ਼ ਨੂੰ ਸਵਾਲ ਜਿਹੜਾ ਲੈ ਕੇ ਆ ਰਹੇ ਨੇ, ਉਹ ਇਹਨਾਂ ਨੂੰ ਜਵਾਬ ਜਲਦੀ ਹੀ ਦੇਣਾ ਪਏਗਾ। ਕੀ ਲੱਗਦਾ ਤੁਹਾਨੂੰ ਕਿ ਜਿੱਦਾਂ ਲੋਕ ਜਾਗ ਚੁੱਕੇ ਨੇ, ਇਸ ਚੀਜ਼ ਦਾ ਜਿਹੜਾ ਸਵਾਲ ਕਰ ਰਹੇ ਨੇ, ਇਹ ਜਵਾਬ ਮਿਲੇਗਾ? ਦੇਖੋ ਜੀ, ਜੇ ਕੋਈ ਵੀ ਬੀਜੇਪੀ ਲੀਡਰ ਮੇਰੇ ਖਿਆਲ ਨਾਲ ਅੱਜ ਦੀ ਡੇਟ 'ਚ ਵੋਟ ਮੰਗਣ ਜਾਏਗਾ, ਸ਼ਾਇਦ ਬਾਲਟੀਆਂ ਮਿਲਣਗੀਆਂ, ਚੱਪਲਾਂ ਹੀ ਮਿਲਣਗੀਆਂ, ਲੋਕਾਂ ਕੋ ਵੋਟ ਤਾਂ ਨਹੀਂ ਮਿਲਦਾ, ਕਿਉਂਕਿ ਲੋਕਾਂ ਨੇ ਬੜੀ ਬੇਰੁਜ਼ਗਾਰੀ ਚੱਲ ਲਈ, ਲੋਕਾਂ ਨੇ ਬੜੀ ਮਹਿੰਗਾਈ ਦੀ ਮਾਰ ਚੱਲ ਲਈ। ਲੋਕਾਂ ਨੇ ਉਹ ਵੀ ਦਿਨ ਦੇਖੇ ਕਰੋਨਾ ਦੇ ਦੇਰ 'ਚ, ਜਦੋਂ ਇਹਨਾਂ ਦਾ ਅਮਿਤ ਸ਼ਾਹ ਜੀ ਆਪ ਤੜੀ ਪਾਰ ਹੋ ਜਾਂਦੇ, ਫਿਰ ਲੁਕ ਜਾਂਦੇ ਆ। ਲੋਕਾਂ ਨੇ ਸਾਰੇ ਦਿਨ ਦੇਖੇ ਆ, ਸਾਰੇ ਰੰਗ ਲੋਕਾਂ ਨੇ, ਲੀਡਰਾਂ ਨੇ, ਤੁਹਾਡੀ ਮੀਡੀਆ ਨੇ ਦਿਖਾਇਆ ਇਹਨਾਂ ਦੇ ਕੀ ਰੰਗ ਸੀ। ਅੱਜ ਦੀ ਡੇਟ 'ਚ ਬੀਜੇਪੀ ਦਾ ਕੋਈ ਇੱਥੇ ਨੇਤਾ, ਵੱਡਾ ਨੇਤਾ ਨਹੀਂ ਹੈਗਾ। ਜੇ ਨੇਤਾ ਹੈਗਾ ਤਾਂ ਉਹ ਗੱਲ ਨਹੀਂ ਕਰਦਾ। ਗੱਲ ਕੀ ਕਰਦਾ? ਜਾ ਕੇ ਰੇਲਵੇ ਸਟੇਸ਼ਨ ਵੇਚ ਜਾਂਦੇ ਆ, ਜਾ ਕੇ ਪ੍ਰਾਈਵੇਟੇਸ਼ਨ ਕਰ ਆਉਂਦੇ, ਜਿਹੜਾ ਘੁਮਾ ਕੇ ਸਾਡੇ ਕੋਟੇ ਨੂੰ ਖਤਮ ਕੀਤਾ ਜਾ ਰਿਹਾ। ਆਵਾਜ਼ ਉਹਦੀ ਵੀ ਬੁਲੰਦ ਆ ਕਿ ਵੇਖਿਆ ਜਾਵੇ ਕਿ ਐਤਕੀ ਜਵਾਬ ਤਾਂ ਇਹਨਾਂ ਨੂੰ ਵੈਸੇ ਫਿਲਹਾਲ ਐਮਐਲਏ ਦੇ ਸੀਟਾਂ ਦੇ ਵਿੱਚ ਹੀ ਸ਼ਾਇਦ ਮਿਲ ਗਿਆ ਹੋਏਗਾ ਕਿ ਬੀਜੇਪੀ ਦੇ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਸ ਟਾਈਮ ਤੇ ਆਉਣ ਵਾਲੇ ਹੋਰ ਇਲੈਕਸ਼ਨਾਂ ਦੇ ਵਿੱਚ ਜਿਵੇਂ ਕੌਂਸਲਰ ਦੇ ਇਲੈਕਸ਼ਨ ਵੀ ਆ ਰਹੇ ਨੇ, ਉਹਦੇ ਵਿੱਚ ਵੀ ਸ਼ਾਇਦ ਇਹਨਾਂ ਨੂੰ ਫਿਰ ਜਵਾਬ ਮਿਲ ਹੀ ਜਾਊਗਾ। ਤੇ ਕੀ ਵੀ ਪਤਾ ਲੱਗ ਜਾਊਗਾ ਜੀ, ਬਾਕੀ ਸਰਕਾਰਾਂ ਨੂੰ ਵੀ ਪਤਾ ਲੱਗ ਜਾਊਗਾ, ਕੰਮ ਕਰਨਾ ਪੈਣਾ। ਜੇ ਨਹੀਂ ਕੀਤਾ ਤੇ ਜਿੱਦਾਂ ਬੀਜੇਪੀ ਨੂੰ ਜਵਾਬ ਮਿਲਿਆ, ਕਾਂਗਰਸ ਨੂੰ ਜਵਾਬ ਮਿਲਿਆ, ਅਕਾਲੀ ਦਲ ਨੂੰ ਜਵਾਬ ਮਿਲਿਆ, ਬਾਕੀਆਂ ਨੂੰ ਵੀ ਮਿਲ ਜਾਏਗਾ। ਕੰਮ ਕਰਨਾ ਪਏਗਾ। ਜੇ ਕਿਹੜੀ ਗੱਲ ਕਿ ਜਿੱਦਾਂ ਹੁਣ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਕਿ ਹਜੇ ਜਿਸ ਤਰ੍ਹਾਂ 6 ਮਹੀਨੇ ਹੋਏ ਆ, ਤਾਂ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਪਰ ਜਿਹੜੇ ਆ ਵਾਅਦੇ ਆ ਉਹ ਪੂਰੇ ਕੀਤੇ ਜਾਣਗੇ? ਹਾਂਜੀ, ਪੂਰਾ ਵਿਸ਼ਵਾਸ ਹੈਗਾ ਪਾਰਟੀ ਦੇ ਉੱਤੇ, ਤੇ ਪਾਰਟੀ ਦੇ ਮਾਣ ਵੀ ਹੈਗਾ। ਭਗਵੰਤ ਮਾਨ ਸਿੰਘ ਉਹਨਾਂ ਦੇ ਮਾਣ ਹੈਗਾ ਕਿ ਪਾਰਟੀ ਕੰਮ ਕਰੇਗੀ, ਕਿਉਂਕਿ ਜੋ ਏਜੰਡਾ ਦੱਸਿਆ ਸੀ ਕਿ ਜਿੰਨੇ ਕੁ ਬਜਟ ਦੇ ਵਿੱਚ ਉਹਨਾਂ ਨੇ ਆਪਣਾ 300 ਯੂਨਿਟ ਫ੍ਰੀ ਕਰਤੇ ਤੇ ਹੋਰ ਵੀ ਮੁਹੱਲਾ ਕਲੀਨਿਕ ਖੋਲ੍ਹਤੇ ਲੋਕਾਂ ਲਈ, ਜੋ ਲੋਕਾਂ ਨੂੰ ਜ਼ਰੂਰਤੀ ਚੀਜ਼ਾਂ ਹੈਗੀਆਂ ਕਿ ਜਿਹੜੇ ਫੰਡਾਮੈਂਟਲ ਰਾਈਟਸ ਦੇ ਵਿੱਚ ਹੋਣੀਆਂ ਚਾਹੀਦੀਆਂ ਚੀਜ਼ਾਂ। ਹੁਣ ਸਿੱਖਿਆ 'ਤੇ ਵੀ ਕੰਮ ਕਰ ਰਹੇ ਆ, ਸਿੱਖਿਆ 'ਤੇ ਵੀ ਕੰਮ ਹੋਏਗਾ। ਜਿਹੜੀਆਂ ਲੋਕਾਂ ਦੀਆਂ ਫੰਡਾਮੈਂਟਲ ਜ਼ਰੂਰਤਾਂ 74 ਸਾਲ 'ਚ ਚਾਹੇ ਬੀਜੇਪੀ ਸਰਕਾਰ ਹੋਵੇ, ਚਾਹੇ ਕਾਂਗਰਸ, ਅਕਾਲੀ ਦਲ, ਕੋਈ ਸਰਕਾਰ ਹੋਵੇ, ਇਹਨਾਂ ਕੋਲ ਨਹੀਂ ਪੂਰੀਆਂ ਕੀਤੀਆਂ ਗਈਆਂ। ਸਿਹਤ, ਸਿੱਖਿਆ ਤੇ ਸੁਰੱਖਿਆ, ਉਹ ਤਿੰਨਾਂ 'ਤੇ ਕੰਮ ਕਰਨ ਦੀ ਲੋੜ ਹੈਗੀ ਆ। ਉਹ ਮਾਨ ਸਾਹਿਬ ਕਰ ਰਹੇ ਆ ਤੇ ਥੋੜ੍ਹਾ ਟਾਈਮ ਹੋਰ ਜੇ ਉਹਨਾਂ ਨੂੰ 5 ਸਾਲ 'ਚ ਦੇਖੋ ਤੇ ਸਹੀ ਉਹਨਾਂ ਦਾ ਰਿਪੋਰਟ ਕਾਰਡ ਕੀ ਆ। ਜੇ ਅਗਰ ਨਹੀਂ ਕਰਨਗੇ ਤੇ ਜਨਤਾ ਜਨਾਰਦਨ ਆ ਜੀ, ਜਨਤਾ ਉਹਨਾਂ ਨੂੰ ਵੀ ਲਾ ਦੇਗੀ। ਬਿਲਕੁਲ ਜੀ, ਵੱਡੀ ਗੱਲ ਹੈ ਕਿ ਜਨਤਾ ਦੇ ਹੱਥ 'ਚ ਸਭ ਕੁਝ ਹੁੰਦਾ ਹੈ ਕਿ ਉਹ ਜੇ ਕਿਸੇ ਨੂੰ ਤਖਤਾਂ 'ਤੇ ਬਿਠਾ ਸਕਦੀ ਹੈ ਤੇ ਉਹਨੂੰ ਰੂੜੀਆਂ 'ਤੇ ਵੀ ਸੁੱਟ ਸਕਦੀ ਹੈ। ਇਹ ਤਾਂ ਵੱਡਾ ਸਵਾਲ ਨਾਲ ਬਾਕੀ ਪੈਦਾ ਹੁੰਦਾ ਕਿ ਜਿਸ ਤਰ੍ਹਾਂ ਦੇ ਲੋਕ ਹੈ ਜਿਹੜੇ ਉਹ ਆਪਣਾ ਜਵਾਬ ਮੰਗ ਰਹੇ ਇਸ ਚੀਜ਼ ਦਾ। ਲਾਸਟ ਵਾਰ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ, ਜਿੱਥੇ ਤੁਹਾਡੇ ਪੈਸੇ ਦੀ ਦੁਰਵਰਤੋਂ ਹੋਵੇ, ਚਾਹੇ ਸਰਕਾਰ ਕੋਈ ਵੀ ਹੋਵੇ, ਜਿੱਥੇ ਲੱਗੇ ਕਿ ਇਹ ਨੇਤਾ ਆਪਣੇ ਦੇਸ਼ ਦੇ ਯੂਥ ਦਾ ਕੁਛ ਨਹੀਂ ਸੋਚ ਸਕਦਾ, ਕਿਉਂਕਿ ਅੱਗੇ ਜ਼ਿੰਦਗੀ ਯੂਥ ਨੇ ਜੀਣੀ ਆ, ਤੇ ਉੱਥੇ ਹੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਬਾਬਾ ਸਾਹਿਬ ਨੂੰ ਫੋਲੋ ਕਰਨਾ ਚਾਹੀਦਾ, ਬਾਬਾ ਸਾਹਿਬ ਦੇ ਸੰਵਿਧਾਨ ਨੂੰ ਪੜ੍ਹਨਾ ਚਾਹੀਦਾ, ਕਿਉਂਕਿ ਅਧਿਕਾਰ ਤੁਹਾਡੇ ਸੰਵਿਧਾਨ ਦੇ ਵਿੱਚ ਹੀ ਆ।
ਬਿਲਕੁਲ ਜਿਸ ਤਰ੍ਹਾਂ ਬਾਬਾ ਸਾਹਿਬ ਜੀ ਨੇ ਸੰਵਿਧਾਨ ਲਿਖਿਆ ਸੀਗਾ ਤੇ ਸਾਨੂੰ ਕਈ ਲੋਕਾਂ ਵਾਂਗ ਜਿਹੜੇ ਹੈਗੇ ਜਿਹੜੀ ਸੰਵਿਧਾਨ ਨੂੰ ਛੇੜਛਾੜ ਕਰਦੇ ਆ, ਪਰ ਉਹਨਾਂ ਨੂੰ ਵੀ ਜਿਹੜੀ ਹੈ ਇਹ ਸੰਵਿਧਾਨ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਜੋ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀਗਾ ਉਹਦੇ ਤੇ ਹੀ ਜਿਹੜਾ ਕਾਇਮ ਹੋ ਰਹਿਣਾ ਚਾਹੀਦਾ, ਉਹਦੇ ਤੇ ਜਿਹੜੇ ਆ ਨਕਸ਼ੋ ਕਦਮ ਤੇ ਜਿਹੜਾ ਸਾਨੂੰ ਉਹ ਚੱਲਣਾ ਚਾਹੀਦਾ ਹੈ। ਪਰ ਜਿਹੜਾ ਇਹਨਾਂ ਮਨੀ ਜੀ ਵੱਲੋਂ ਜਿਹੜਾ ਅੱਜ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਲੋਕ ਨੇ ਜਿਹੜੇ ਆ ਉਹ ਇਸ ਚੀਜ਼ ਦਾ ਜਵਾਬ ਮੰਗ ਰਹੇ ਨੇ ਕਿ ਉਹ ਜਵਾਬ ਕਿੰਨੀ ਕੁ ਛੇਤੀ ਮਿਲਦਾ ਹੈ, ਆ ਤਾਂ ਆਉਣ ਵਾਲਾ ਟਾਈਮ ਦੱਸੇਗਾ। ਇਸ ਤਰ੍ਹਾਂ ਦੀ ਖਬਰਾਂ ਨਾਲ ਜੁੜੇ ਰਹੋ ਸਾਡੇ ਨਾਲ, ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ। ਅੰਮ੍ਰਿਤਸਰ ਤੋਂ ਸੁਖਵਿੰਦਰ ਕੋਹਲੀ ਦੀ ਖਾਸ ਰਿਪੋਰਟ।